ਸਤਿਗੁਰ ਪ੍ਰਸਾਦ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਸ ਵਕਤ ਗੁਰੂ ਅਰਜਨ ਦੇਵ ਜੀ ਨੇ ਬਾਣੀ ਇਕੱਤਰਤ ਕੀਤੀ ਸੀ ਉਦੋਂ 30 ਰਾਗ ਸਨ। ਜਦੋਂ ਦਮਦਮਾ ਸਾਹਿਬ ਆਣ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੱਚੇ ਸਤਿਗੁਰ ਨੇ ਸੰਪੂਰਨ ਧਾਈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਚਨਾ ਕੀਤੀ, ਉਦੋਂ ਫਿਰ ਇੱਕ ਰਾਗ ਹੋਰ ਜਿਸ ਦਾ ਨਾਮ ਜੈਜਵੰਤੀ ਰਾਗ ਹੈ, ਇਸ ਦੇ ਨਾਲ ਫਿਰ 31 ਰਾਗ ਹੋ ਗਏ। 31 ਰਾਗਾਂ ਦੇ ਅੰਦਰ ਬਾਣੀ ਹੈ, ਜਿਨ੍ਹਾਂ ਦੇ ਵਿੱਚੋਂ 6 ਰਾਗ ਨੇ ਤੇ ਬਾਕੀ ਸਾਰੀਆਂ ਹੀ ਰਾਗਣੀਆਂ ਨੇ। ਖਸ਼ਟ ਰਾਗ ਉਨ ਗਾਏ, ਖਸ਼ਟ ਦਾ ਅਰਥ ਹੁੰਦਾ 6, ਸੰਗ ਰਾਗਣੀ 30। ਵੈਸੇ 30 ਰਾਗਣੀਆਂ ਮੰਨੀਆਂ ਗਈਆਂ ਨੇ। ਉਹ ਇਹਨਾਂ ਦੇ ਵਿੱਚ ਹੀ ਜਿਵੇਂ ਆਸਾ ਰਾਗ ਹੈ, ਇਹਦੇ ਵਿੱਚ ਆਸਾਵਰੀ ਇਹ ਰਾਗਣੀ ਆ ਜਾਂਦੀ ਆਸਾ ਰਾਗ ਦੀ, ਵਖਰੇਵੇਂ ਦੇ ਵਿੱਚ ਨਹੀਂ, ਇਹਦੇ ਵਿੱਚ ਹੀ ਦਰਜ। ਇਸ ਤਰ੍ਹਾਂ 30 ਰਾਗਣੀਆਂ ਤੇ 6 ਰਾਗ ਨੇ ਜੋ ਉਹਨਾਂ ਦੀ ਧੰਨ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਨੇ ਪ੍ਰੋੜਤਾ ਕੀਤੀ, ਬਾਣੀ ਰਚਨਾ ਕੀਤੀ। ਇਹ ਜੋ ਧਨਾਸਰੀ ਰਾਗਣੀ ਹੈ, ਇਸ ਦੇ ਅੰਦਰ ਇਹ ਪਾਵਨ ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ 2 ਤਾਲਾ ਸ਼ਬਦ ਹੈ। ਅਸ਼ਟਪਦੀਆ, ਇਹਦੀਆਂ 8 ਪੌੜੀਆਂ ਨੇ। 8 ਪੌੜੀਆਂ ਦਾ ਸ਼ਬਦ ਹੈ, ਜਿਵੇਂ ਸੁਖਮਨੀ ਸਾਹਿਬ ਦਾ ਸ਼ਲੋਕ ਹੁੰਦਾ ਹੈ, ਉਹਦੇ ਨਾਲ ਅਸ਼ਟਪਦੀ ਭਾਵ 8 ਪੌੜੀਆਂ ਅੱਗੇ ਉਸ ਸ਼ਲੋਕ ਦੇ ਵਿਖਿਆਨ ਦੇ ਨਾਲ ਹੀ ਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਪ੍ਰਕਾਸ਼ਕ ਸਤ ਚਿਤ ਆਨੰਦ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ ਜੀ। ਗੁਰ ਸਾਗਰ ਰਤਨੇ ਭਰਪੂਰੇ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਇੱਕ ਦ੍ਰਿਸ਼ਟਾਂਤ ਦੇ ਨਾਲ ਸਾਨੂੰ ਇਹ ਸਮਝਾ ਰਹੇ ਨੇ, ਜਿਵੇਂ ਸਾਗਰ ਹੈ, ਸਾਗਰ ਦੇ ਵਿੱਚੋਂ ਰਤਨ ਜਵਾਹਰ ਹੀਰੇ ਮੋਤੀ ਅਨੇਕ ਪ੍ਰਕਾਰ ਦੇ ਅਮੋਲਕ ਪਦਾਰਥ ਨੇ ਜਿਹੜੇ ਉਹ ਪ੍ਰਾਪਤ ਹੁੰਦੇ ਨੇ। ਤੇ ਜੋ ਹੰਸ ਨੇ ਇਹ ਮਾਨਸਰ ਸਰੋਵਰ ਤੇ ਰਹਿੰਦੇ ਨੇ, ਇਹਨਾਂ ਦੀ ਜਿਹੜੀ ਚੂਗ ਹੈ ਸੁੱਚੇ ਮੋਤੀ ਹੈ, ਇਹ ਸੁੱਚੇ ਮੋਤੀ ਖਾਂਦੇ ਨੇ। ਤੇ ਦੂਸਰਾ ਭਾਈ ਬਗਲਾ ਰੰਗ ਇਹਦਾ ਵੀ ਚਿੱਟਾ ਹੁੰਦਾ ਹੈ, ਆਕਾਰ ਵੀ ਹੰਸ ਵਰਗਾ ਹੀ ਹੁੰਦਾ, ਥੋੜਾ ਜਿਹਾ ਹੰਸ ਇਸ ਤੋਂ ਵੱਡਾ ਹੁੰਦਾ ਹੈ ਆਕਾਰ ਦੇ ਵਿੱਚ। ਤੇ ਬਗਲਾ ਜਿਹੜੇ ਮਾਨਸਰੋਵਰ ਤੇ ਨਹੀਂ ਰਹਿ ਸਕਦਾ। ਕਿਉਂ ਨਹੀਂ ਰਹਿ ਸਕਦਾ? ਉੱਥੇ ਡੱਡੀਆਂ ਤੇ ਮੱਛੀਆਂ ਨਹੀਂ ਹੈਗੀਆਂ। ਇਹਦੀ ਖੁਰਾਕ ਹੈ ਜਿਹੜੀ ਉਹ ਡੱਡੀਆਂ ਤੇ ਮੱਛੀਆਂ ਹੈ, ਇਹ ਫਿਰ ਛਪੜੀਆਂ ਜਾਣ ਕੇ ਰਹਿੰਦਾ ਹੈ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਇਸ ਅਸ਼ਟਪਦੀ ਦੇ ਅੰਦਰ ਸਾਨੂੰ ਦੱਸਣਗੇ। ਗੁਰ ਸਾਗਰ, ਜਿਵੇਂ ਸਾਗਰ ਹੈ ਉਸ ਦੇ ਵਿੱਚ ਹੀਰੇ ਰਤਨ ਜਵਾਹਰ ਅਮੋਲਕ ਪਦਾਰਥ ਨੇ, ਉਸੇ ਤਰ੍ਹਾਂ ਗੁਰੂ ਵੀ ਸਾਗਰ ਰੂਪੀ ਹੈ, ਰਤਨੀ ਭਰਪੂਰੇ। ਤੇ ਗੁਰੂ ਦੇ ਵਿੱਚ ਜਿਹੜੇ ਗੁਣ ਨੇ, ਜੋ ਗਿਆਨ ਦਾ ਸਾਗਰ ਹੈ, ਗੁਰੂ ਮਹਾਰਾਜ ਜੀ ਇਸ ਦੇ ਅੰਦਰ ਗੁਣ ਨੇ। ਇਹ ਗੁਣ ਜਿਹੜੇ ਨੇ ਇਹ ਵੀ ਬੜੇ ਅਮੋਲਕ ਨੇ। ਗੁਰੂ ਮਹਾਰਾਜ ਜੀ ਗਿਆਨ ਦੇ ਸਾਗਰ ਨੇ ਤੇ ਇਸ ਗਿਆਨ ਦੇ ਸਾਗਰ ਦੇ ਵਿੱਚ ਗੁਣ ਨੇ ਜਿਹੜੇ ਉਹ ਬੜੇ ਅਮੋਲਕ ਨੇ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਖਰੀਦਿਆ ਨਹੀਂ ਜਾ ਸਕਦਾ। ਧੰਨ ਗੁਰੂ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਾਨੂੰ ਇਹ ਦੱਸਿਆ, ਰਤਨ ਜਵਾਹਰ ਮਾਣਕ, ਇਹ ਜਿਹੜੇ ਅਮੋਲਕ ਪਦਾਰਥ ਨੇ ਨਾ, ਜਦੋਂ ਅਸੀਂ ਗੁਰੂ ਦੀ ਸੱਚੀ ਸਿੱਖਿਆ ਸੁਣਦੇ ਹਾਂ, ਇਹ ਫਿਰ ਸਾਡੇ ਅੰਦਰ ਗੁਣ ਇਸ ਤਰ੍ਹਾਂ ਦੇ ਬਣ ਜਾਂਦੇ ਨੇ ਜੋ ਇਹਨਾਂ ਤੋਂ ਵੀ ਅਮੋਲਕ ਹੋ ਜਾਂਦੇ ਨੇ। ਰਤਨ ਜਵਾਹਰ ਮਾਣਕ, ਮੱਤ ਵਿੱਚ ਰਤਨ ਜਵਾਹਰ ਮਾਣਕ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਸਾਡੀ ਮੱਤ ਦੇ ਵਿੱਚ ਗੁਣ ਇਤਨੇ ਮਹਾਨ ਆ ਜਾਂਦੇ ਨੇ ਕਿ ਉਹਨਾਂ ਗੁਣਾਂ ਨੂੰ ਕਿਸੇ ਹੀਰੇ ਰਤਨ ਜਵਾਹਰ ਦੇ ਨਾਲ ਵੀ ਨਹੀਂ ਖਰੀਦਿਆ ਜਾ ਸਕਦਾ। ਤੇ ਇਹ ਗੁਣ ਜਿਹੜੇ ਨੇ ਆਉਂਦੇ ਕਿੱਥੋਂ ਨੇ? ਗਿਆਨ ਦਾ ਸਾਗਰ ਹੈ ਗੁਰੂ, ਤੇ ਗੁਰੂ ਗਿਆਨ ਦੇ ਸਾਗਰ ਦੇ ਵਿੱਚੋਂ ਇਹ ਅਮੋਲਕ ਰਤਨ ਗੁਣ ਜਿਹੜੇ ਨੇ ਪ੍ਰਾਪਤ ਕੀਤੇ ਜਾਂਦੇ ਹਨ ਜੀ। ਅੰਮ੍ਰਿਤ ਸੰਤ ਜੁਗਹਿ ਨਹੀਂ ਦੂਰੇ। ਤੇ ਜਿਹੜੇ ਸੰਤ ਨੇ ਨਾ, ਉਹ ਇਹਨਾਂ ਅੰਮ੍ਰਿਤਮਈ ਗੁਣਾਂ ਨੂੰ ਚੁਗਦੇ ਨੇ ਤੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਉਹਨਾਂ ਤੋਂ ਕੋਈ ਦੂਰ ਨਹੀਂ, ਦਰੇਡੇ ਨਹੀਂ, ਵਖਰੇਵਾ ਕੋਈ ਨਹੀਂ ਹੈਗਾ, ਵੱਖ ਨਹੀਂ।
ਖੁਸ਼ ਹੋ ਕੇ ਦਾਤ ਦੇ ਰਹੇ ਨੇ। ਜਿਵੇਂ ਕਿਸੇ ਦਾ ਨਾਂ ਲਈਏ ਤੇ ਅਸੀਂ ਕਹਿ ਦਿੰਦੇ ਹਾਂ ਇਹ ਸਾਡਾ ਬੜਾ ਨੇੜੇ ਹੈ, ਭਾਵੇਂ ਉਹ ਸਾਡੇ ਤੋਂ ਪ੍ਰਦੇਸ਼ ਦੇ ਵਿੱਚ ਬੈਠਾ ਹੈ, ਅਸੀਂ ਇੱਥੇ ਬੈਠੇ ਹਾਂ, ਉਹ ਪ੍ਰਦੇਸ਼ ਦੇ ਵਿੱਚ ਬੈਠਾ ਹੈ, ਸਾਡਾ ਉਸ ਦੇ ਨਾਲ ਮਨ ਮਿਲਿਆ, ਸਹਿਚਾਰ ਮਿਲਿਆ, ਵਿਚਾਰ ਮਿਲੇ ਨੇ, ਤੇ ਜਦੋਂ ਕੋਈ ਗੱਲ ਹੋਵੇ ਤੇ ਕਹਿ ਦਿੰਦੇ ਹਾਂ ਕਿ ਸਾਡਾ ਬੜਾ ਨਜ਼ਦੀਕੀ ਰਿਸ਼ਤੇਦਾਰ ਹੈ, ਇਹ ਨੇੜੇ ਦਾ ਹੈ। ਹੁਣ ਨੇੜੇ ਦਾ ਅਰਥ ਵੀ ਤੁਸੀਂ ਸਮਝ ਲਓ। ਗੁਰੂ ਮਹਾਰਾਜ ਜਿੱਥੇ ਰਹਿਮਤ ਕਰਦੇ ਨੇ, ਅੰਮ੍ਰਿਤ ਸੰਤ ਜੁਗੇ, ਜਿਹੜੇ ਸੰਤ ਨੇ ਨਾ ਉਹ ਇਹ ਅੰਮ੍ਰਿਤਮਈ ਗੁਣਾਂ ਨੂੰ ਜੋਗਦੇ ਨੇ, ਨਹੀਂ ਦੂਰੇ। ਉਹ ਵਾਹਿਗੁਰੂ ਨੇੜੇ ਦਾ ਰਿਸ਼ਤੇਦਾਰ ਹੋ ਕੇ, ਨੇੜੇ ਦਾ ਮੀਤ ਹੋ ਕੇ, ਨੇੜੇ ਦਾ ਸਹਿਚਾਰ ਹੋ ਕੇ ਆਪਣੇ ਸੰਤਾਂ ਨੂੰ ਇਹ ਗੁਣਾਂ ਦੀ ਦਾਤ ਬਖਸ਼ਦਾ, ਇਹਨਾਂ ਤੋਂ ਦੂਰ ਨਹੀਂ ਹੈ, ਦੂਰੀ ਨਹੀਂ ਬਣਾ ਕੇ ਰੱਖਦਾ ਹੈ ਜੀ। ਹਰ ਰਸ ਜੋਗ ਜੁਗਹਿ ਪ੍ਰਭ ਭਾਗਾ। ਤੇ ਜੋਗ ਕਿਵੇਂ ਚੁਗਦੇ ਨੇ ਸੰਤ? ਵਾਹਿਗੁਰੂ ਵਾਹਿਗੁਰੂ ਆਖਦੇ ਨੇ, ਇਹਦੇ ਵਿੱਚੋਂ ਰਸ ਆਉਂਦਾ, ਇਹਨੂੰ ਹਰ ਰਸ ਆਖਿਆ। ਜੋਗ ਜੁਗੇ, ਇਹ ਜੋਗ ਜੁਗਦੇ ਨੇ। ਜਿਵੇਂ ਤੁਸੀਂ ਵੇਖਿਆ ਹੋਣਾ ਪੰਛੀ ਜਿਹੜਾ ਕੋਈ ਇੱਕ ਦਾਣਾ ਚੁਗ ਕੇ ਥੋੜਾ ਜਿਹਾ ਸਿਰ ਤਾਂਹ ਨੂੰ ਕਰ ਲੈਂਦਾ, ਫਿਰ ਇੱਕ ਦਾਣਾ ਚੁਗ ਲੈਂਦਾ, ਫਿਰ ਸਿਰ ਤਾਂਹ ਨੂੰ ਕਰ ਲੈਂਦਾ, ਫਿਰ ਇੱਕ ਦਾਣਾ, ਛੇਤੀ ਛੇਤੀ ਦਾਣੇ ਚੁਗੀ ਜਾਂਦਾ ਹੈ, ਚੁੰਝ ਨੂੰ ਹਿਲਾਈ ਜਾਂਦਾ, ਅੰਦਰ ਸੱਟੀ ਜਾਂਦਾ ਹੈ। ਉਸੇ ਤਰ੍ਹਾਂ ਜਿਹੜੇ ਗੁਰਮੁਖ ਪਿਆਰੇ ਨੇ ਨਾ, ਉਹ ਸਵਾਸਾਂ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਚੁਗਦੇ ਨੇ। ਜਦੋਂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਇਹ ਜੋਗ ਚੁਗਦੇ ਨੇ, ਇਹਦੇ ਵਿੱਚੋਂ ਰਸ ਆਉਂਦਾ ਹੈ, ਇਹ ਫਿਰ ਪ੍ਰਾਪਤ ਹੁੰਦਾ। ਜਿਵੇਂ ਦਾਣੇ ਪੇਟ 'ਚ ਜਾ ਕੇ ਰਸ ਬਣਦੇ ਨੇ, ਖੂਨ ਬਣਦੇ ਨੇ, ਚਰਬੀ ਬਣਦੇ ਨੇ, ਉਵੇਂ ਜਿਵੇਂ ਨਾਮ ਰਸ ਹੈ ਜਿਹੜਾ, ਇਹ ਸਾਡੀ ਰੂਹਾਨੀਅਤ ਦੀ ਖੁਰਾਕ ਹੈ, ਸਾਡੀ ਰੂਹ ਦੀ ਖੁਰਾਕ ਹੈ। ਪ੍ਰਭ ਭਾਵੇ ਤੇ ਉਸ ਵਾਹਿਗੁਰੂ ਨੂੰ ਬੜੇ ਚੰਗੇ ਲੱਗਦੇ ਹਨ ਜੀ। ਸਰਵਰ ਮਹਿ ਹੰਸ ਪ੍ਰਾਨਪਤ ਪਾਵਾ। ਹੁਣ ਜਿਹੜਾ ਹੰਸ ਹੈ, ਉਹਨੂੰ ਜਦੋਂ ਮਾਨ ਸਰੋਵਰ ਤੇ ਖਾਣ ਨੂੰ ਕੁਝ ਮਿਲਦਾ ਤੇ ਕੇਵਲ ਜੀਵਨ ਮਿਲਦਾ, ਹੋਰ ਕੁਝ ਨਹੀਂ। ਭਾਵ ਉਹ ਹੀਰੇ ਜਵਾਹਰਾਤ ਮੋਤੀ ਨੇ ਨਾ ਜਿਹੜੇ, ਉਹਨਾਂ ਨੂੰ ਖਾ ਕੇ ਕੇਵਲ ਜਿੰਦਾ ਰਹਿ ਸਕਦਾ ਹੈ, ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਪਰ ਗੁਰਸਿੱਖ ਨੇ ਨਾ ਜਿਹੜੇ, ਇਹ ਜਦੋਂ ਗਿਆਨ ਰੂਪ ਸਾਗਰ ਦੇ ਵਿੱਚੋਂ ਮੋਤੀ ਰੂਪ ਗੁਣ ਪ੍ਰਾਪਤ ਕਰਦੇ ਨੇ, ਤੇ ਫਿਰ ਇਹਨਾਂ ਨੂੰ ਕੀ ਹੁੰਦਾ ਹੈ? ਪ੍ਰਾਣ ਪਦ ਪਾਵੇ, ਇਹ ਪ੍ਰਭੂ ਨੂੰ ਪਾ ਲੈਂਦੇ ਨੇ। ਇਹ ਇੱਕ ਪੌੜੀ ਹੋ ਗਈ ਹੈ। ਇਹਦੀਆਂ ਵਿਚਾਰਾਂ ਮੈਂ ਇੱਕ ਵਾਰੀ ਫਿਰ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋ ਕੇ ਦਿਖਾਣਾ ਕਰਾਂਗਾ। ਧੰਨ ਗੁਰੂ ਮਹਾਰਾਜ ਜੀ ਨੇ ਨਾ ਇੱਕ ਦ੍ਰਿਸ਼ਟਾਂਤ ਦਿੱਤਾ ਹੈ, ਦ੍ਰਿਸ਼ਟਾਂਤ ਦਿੱਤਾ ਸਾਗਰ ਦਾ। ਸਾਗਰ ਦੇ ਵਿੱਚ ਜਿਵੇਂ ਅਮੋਲਕ ਪਦਾਰਥ ਹੁੰਦੇ ਨੇ, ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਦੇ ਵਿੱਚ ਅਮੋਲਕ ਗੁਣ ਨੇ, ਜਿਨ੍ਹਾਂ ਨੂੰ ਕਿਸੇ ਵੀ ਕੀਮਤ ਦੇ ਵਿੱਚ ਖਰੀਦਿਆ ਨਹੀਂ ਜਾ ਸਕਦਾ। ਇਸ ਤੋਂ ਅੱਗੇ ਫਿਰ ਗੁਰੂ ਜੀ ਰਹਿਮਤ ਕਰਦੇ ਨੇ, ਸੰਤ ਜੁਗੇ। ਹੁਣ ਮਾਨ ਸਰੋਵਰ ਏ, ਉੱਥੋਂ ਜਿਹੜੇ ਹੰਸ ਨੇ ਉਹ ਮੋਤੀ ਚੁਗਦੇ ਨੇ, ਤੇ ਮੋਤੀ ਚੁੱਕ ਕੇ ਉਹਨਾਂ ਨੂੰ ਕੇਵਲ ਆਪਣਾ ਜਿਹੜਾ ਜੀਵਨ ਹੈ ਨਾ, ਉਹਦੀ ਊਰਜਾ ਪ੍ਰਾਪਤ ਹੁੰਦੀ। ਜਿਵੇਂ ਅਸੀਂ ਪਦਾਰਥ ਛਕਦੇ ਹਾਂ, ਫੁਲਕਾ ਛਕਦੇ ਹਾਂ, ਰੋਟੀਆਂ ਖਾਂਦੇ ਹਾਂ, ਹੋਰ ਖਾਦੇ ਪਦਾਰਥ ਜਿਹੜੇ ਨੇ ਜਿਨ੍ਹਾਂ ਦੇ ਨਾਲ ਸਾਨੂੰ એનર્ਜੀ ਮਿਲਦੀ ਰਹੇ ਤੇ ਸਰੀਰ ਚੱਲਦਾ ਰਹੇ, ਉਹ ਖਾਂਦੇ ਹਾਂ, ਤੇ ਉਹਨਾਂ ਦੇ ਨਾਲ ਕੇਵਲ ਸਰੀਰ ਹੀ ਚੱਲਦਾ, ਹੋਰ ਕੁਝ ਨਹੀਂ ਹੁੰਦਾ। એનર્ਜੀ ਮਿਲਦੀ ਹੈ, ਰੱਬ ਨਹੀਂ ਮਿਲਦਾ, ਇਸ ਤਰ੍ਹਾਂ ਕਹਿ ਲਓ। ਉਸੇ ਤਰ੍ਹਾਂ ਜਿਹੜੇ ਹੰਸ ਨੇ ਉਹ ਮੋਤੀ ਤਾਂ ਖਾਂਦੇ ਨੇ, ਪਰ ਉਹ ਸੋਚੇ ਮੋਤੀ ਖਾ ਕੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਕਰ ਸਕਦੇ, ਉਹਨਾਂ ਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਜਿਹੜੇ ਹਰ ਰਸ ਚੋਗ ਜੁਗੇ ਪ੍ਰਭਾਵੇ, ਜਿਹੜੇ ਸੰਤ ਹਰੀ ਪਰਮਾਤਮਾ ਦਾ ਨਾਮ ਜਪਦੇ ਨੇ, ਉਹਨਾਂ ਨੂੰ ਵਿੱਚੋਂ ਰਸ ਆਉਂਦਾ ਹੈ, ਇਹ ਉਸ ਵਾਹਿਗੁਰੂ ਨੂੰ ਚੰਗੇ ਲੱਗਣ ਲੱਗ ਜਾਂਦੇ ਨੇ। ਫਿਰ ਸਰਵਰ ਮੈਂ ਹੰਸ, ਸਰੋਵਰ ਤੇ ਹੰਸ ਨੇ ਜਿਹੜੇ ਕੇਵਲ ਉਹਨਾਂ ਦੀ ਖਾਣਾ ਪੂਰਤੀ ਹੈ, ਢਿੱਡ ਦੀ ਪੂਰਤੀ ਹੈ। ਪ੍ਰਾਣਪਤ ਭਾਵੇ ਤੇ ਜਿਹੜੇ ਗੁਰਸਿੱਖ ਨੇ ਨਾ, ਉਹ ਜਦੋਂ ਗੁਰੂ ਦੇ ਗਿਆਨ ਰੂਪੀ ਸਾਗਰ ਦੇ ਵਿੱਚੋਂ ਗੁਣਾਂ ਨੂੰ ਸੰਗ੍ਰਹਿ ਕਰਦੇ ਨੇ, ਹਰ ਨਾਮ ਰਸ ਨੂੰ ਮੰਨਦੇ ਨੇ, ਤੇ ਫਿਰ ਉਹਨਾਂ ਨੂੰ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ। ਇਸ ਕਰਕੇ ਜਿਹੜਾ ਸੰਤ ਤੇ ਗੁਰਸਿੱਖ ਹੈ, ਇਹ ਹੰਸ ਦੇ ਨਾਲੋਂ ਚੰਗਾ ਹੈ। ਬਗਲੇ ਦੇ ਨਾਲੋਂ ਹੰਸ ਚੰਗਾ ਹੈ, ਕਿਉਂਕਿ ਬਗਲਾ ਜਿਹੜਾ ਇਹ ਡੱਡੀਆਂ ਮੱਛੀਆਂ ਖਾਂਦਾ ਹੈ, ਇਹਦੀ ਖਾਦ ਖੁਰਾਕ ਕੀ ਹੈ। ਤੇ ਬਗਲੇ ਦੇ ਨਾਲੋਂ ਫਿਰ ਹੰਸ ਚੰਗਾ ਹੈ, ਕਿਉਂਕਿ ਇਹ ਸੁੱਚੇ ਮੋਤੀ ਖਾਂਦਾ, ਉੱਤਮ ਪਦਾਰਥ ਖਾਂਦਾ ਹੈ, ਇਸ ਤਰ੍ਹਾਂ ਕਹਿ ਲਓ। ਹੁਣ ਇਹ ਜਿਹੜਾ ਉੱਤਮ ਪਦਾਰਥ ਖਾਣ ਵਾਲਾ ਹੰਸ ਹੈ, ਇਹਦੇ ਤੋਂ ਸੰਤ ਚੰਗਾ ਹੈ। ਸੰਤ ਕਿਉਂ ਚੰਗਾ ਹੈ?
ਸੰਤ ਭਾਵੇਂ ਸੁੱਕੀ ਮਿੱਸੀ ਖਾ ਕੇ ਆਪਣਾ ਗੁਜ਼ਾਰਾ ਕਰ ਰਿਹਾ, ਪਰ ਉਸ ਦਾ ਅੰਦਰ ਜਿਹੜਾ ਉਸ ਪ੍ਰਭੂ ਪਰਮਾਤਮਾ ਦੇ ਨਾਮ ਨੂੰ ਜਪ ਕੇ ਜੋ ਰਸ ਪ੍ਰਾਪਤ ਕਰਦਾ ਹੈ, ਉਸ ਦੇ ਨਾਲ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਜੀ। ਕਿਆ ਬਗ ਕੱਪੜਾ ਛਪੜੀ ਨਾਏ। ਅੱਗੇ ਧੰਨ ਗੁਰੂ ਜੀ ਰਹਿਮਤ ਹੈ ਵਿਚਾਰਾ ਬਗਲਾ ਕੀ ਏ ਇਸ ਦੁਨੀਆ ਦੇ ਅੰਦਰ ਜਿਹੜਾ ਛਪੜੀ ਦੇ ਵਿੱਚ ਹੀ ਨਹਾਉਂਦਾ ਰਹਿੰਦਾ, ਭਾਵ ਛਪੜੀ ਦੇ ਵਿੱਚ ਹੀ ਡੱਡੀਆਂ ਮੱਛੀਆਂ ਦੇ ਨਾਲ ਆਪ ਲਿਪੜਦਾ ਰਹਿੰਦਾ, ਉਹਨਾਂ ਨੂੰ ਖਾਂਦਾ ਰਹਿੰਦਾ ਹੈ। ਹੁਣ ਇੱਥੇ ਜਿਹੜਾ ਇਸ ਤਰ੍ਹਾਂ ਦਾ ਪ੍ਰਾਣੀ ਹੈ ਜਿੰਦਾ ਸੁਭਾਅ ਬਗਲੇ ਵਰਗਾ ਹੈ, ਇਹ ਹੁਣ ਇੱਕ ਗਿਰਾਵਟ ਵਾਲਾ ਜੀਵਨ ਜਿਉ ਰਿਹਾ, ਡੱਡੀਆਂ ਮੱਛੀਆਂ ਖਾ ਰਿਹਾ ਹੈ। ਤੇ ਡੱਡੀਆਂ ਮੱਛੀਆਂ ਜਿਹੜੀਆਂ ਨੇ ਇਹ ਛਪੜੀ ਚੋਂ ਮਿਲਦੀ, ਭਾਵ ਗੰਦਗੀ ਚੋਂ ਮਿਲਦੇ ਨੇ, ਇਹ ਗੰਦਗੀ ਦੇ ਵਿੱਚ ਹੱਥ ਮਾਰ ਰਿਹਾ ਹੈ ਜੀ। ਕੀਚੜ ਡੁੱਬੈ ਮੈਲ ਨਾ ਜਾਏ। ਇਹ ਚਿੱਕੜ ਹੈ, ਕੀਚੜ ਦਾ ਅਰਥ ਚਿੱਕੜ ਹੁੰਦਾ ਹੈ। ਆਪਾਂ ਆਮ ਬੋਲੀ ਦੇ ਵਿੱਚ ਚਿੱਕੜ ਕਹਿੰਦੇ ਆ, ਹਿੰਦੀ ਦੇ ਵਿੱਚ ਕੀਚੜ ਆਖਦੇ ਨੇ। ਕੀਚੜ ਡੁੱਬੇ ਚਿੱਕੜ ਦੇ ਵਿੱਚ ਡੁੱਬ ਜਾਂਦਾ ਹੈ, ਮੈਲ ਨਾ ਜਾਏ। ਜਿਹੜੀ ਮੈਲ ਇਹਨਾਂ ਮਨ ਦੀ ਉਹ ਨਹੀਂ ਜਾਂਦੀ ਹੈ ਜੀ। ਰਹਾਉ ਰੱਖ ਰੱਖ ਚਰਨ ਧਰੇ ਵਿਚਾਰ। ਵਿਸ਼ਰਾਮ ਲਾ ਕੇ ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ। ਹੁਣ ਜ਼ਿੰਦਗੀ ਜਿਉਣ ਦਾ ਜਿਹੜਾ ਤਰੀਕਾ ਹੈ ਉਹ ਦੱਸ ਰਹੇ ਨੇ। ਗੁਰੂ ਮਹਾਰਾਜ ਜੀ ਸਾਨੂੰ ਇਹ ਦੱਸ ਰਹੇ ਨੇ ਵੀ ਅਸੀਂ ਸੰਤ ਕਿਵੇਂ ਬਣਨਾ ਹੈ। ਸੰਤ ਬਣਨ ਦਾ ਜਿਹੜਾ ਰਸਤਾ ਹੈ, ਜਿਹੜਾ ਜਿਉਣ ਦਾ ਢੰਗ ਤਰੀਕਾ, ਜੋ ਮਰਿਆਦਾ, ਉਹ ਕੀ ਰੱਖ ਰੱਖ ਚਰਨ। ਅਸੀਂ ਕਹਿ ਦਿੰਦੇ ਆ ਨਾ, ਜਿਹੜਾ ਵੀ ਜ਼ਿੰਦਗੀ ਦੇ ਵਿੱਚ ਪੈਰ ਅੱਗੇ ਪੁੱਟੇ ਨਾ, ਵੇਖ ਕੇ ਪੁੱਟੇ। ਜੇ ਗਲਤ ਪੈਰ ਪੁੱਟਿਆ ਗਿਆ ਨਾ ਤੇ ਫਿਰ ਜ਼ਿੰਦਗੀ ਦਾ ਜਿਹੜਾ ਮਾਰਗ ਹੈ ਇਹ ਗਲਤ ਪਾਸੇ ਚਲਾ ਜਾਂਦਾ ਹੈ। ਇਹੀ ਗੱਲ ਧੰਨ ਗੁਰੂ ਨਾਨਕ ਦੇਵ ਜੀ ਇੱਥੇ ਦੱਸਦੇ ਨੇ। ਰੱਖ ਰੱਖ ਚਰਨ, ਆਪਣੇ ਪੈਰ ਜਿਹੜੇ ਇਹ ਜੀਵਨ ਦੇ ਵਿੱਚ ਪੁੱਟਣੇ ਨੇ, ਇਹਨਾਂ ਨੂੰ ਰੱਖਣ ਤੋਂ ਪਹਿਲਾਂ ਇੱਕ ਵਾਰੀ ਵੇਖਣਾ ਕਰੇ, ਸੋਚਣਾ ਕਰੇ, ਸਮਝਣਾ ਕਰੇ। ਧਰੇ ਵਿਚਾਰੀ, ਜਦੋਂ ਵੀ ਪੈਰ ਅੱਗੇ ਧਰੇ ਨਾ ਤੇ ਉਹਨੂੰ ਬੜਾ ਵਿਚਾਰ ਕੇ, ਸੋਚ ਕੇ, ਸਮਝ ਕੇ ਧਰਨਾ ਕਰੇ, ਫਿਰ ਭਾਈ ਇਸ ਮਾਰਗ ਤੇ ਤੁਰਿਆ ਜਾਂਦਾ। ਧੰਨ ਗੁਰੂ ਅਮਰਦਾਸ ਜੀ ਨੇ ਤਾਂ ਸਿੱਧਾ ਹੀ ਧੰਨ ਗੁਰਬਾਣੀ ਦੇ ਅੰਦਰ ਫਰਮਾਨ ਕਰ ਦਿੱਤਾ ਹੈ, ਵਾਲਹੋਂ ਨਿੱਕੀ ਕਨਿਹੋਂ ਤਿੱਖੀ। ਇਹ ਮਾਰਗ ਇਸ ਤਰ੍ਹਾਂ ਦਾ ਜਿਹੜਾ ਵਾਲ ਦੇ ਨਾਲੋਂ ਬਰੀਕ ਹੈ ਤੇ ਤਲਵਾਰ ਦੇ ਨਾਲੋਂ, ਖੰਡੇ ਦੇ ਨਾਲੋਂ ਜਿਹੜਾ ਬੜਾ ਤਿੱਖਾ ਹੈ, ਭਾਵ ਤੇਜ਼ ਧਾਰ ਹੈ ਤੇ ਬਰੀਕ ਬੜਾ ਹੈ। ਇਸ ਤੇ ਫਿਰ ਤੁਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਧੰਨ ਗੁਰੂ ਜੀ ਵੀ ਇੱਥੇ ਕਿਰਪਾ ਕਰਦੇ, ਰੱਖ ਰੱਖ ਚਰਨ ਧਰੇ ਵਿਚਾਰੀ। ਹਰ ਇੱਕ ਪੈਰ ਜਿਹੜਾ ਜੀਵਨ ਦੇ ਵਿੱਚ ਰੱਖਣਾ ਹੈ, ਜੋ ਜ਼ਿੰਦਗੀ ਨੂੰ ਜਿਉਣਾ ਹੈ, ਇਹਨੂੰ ਭਾਈ ਵਿਚਾਰ ਕੇ ਧਾਰਨ ਕਰਨਾ ਕਰੇ, ਭਾਵ ਅੰਦਰ ਸ਼ੁਭ ਗੁਰੂ ਦੀਆਂ ਵਿਚਾਰਾਂ ਨੂੰ ਧਾਰਨ ਕਰਕੇ ਆਪਣੇ ਜ਼ਿੰਦਗੀ ਦੇ ਪੈਰਾਂ ਨੂੰ ਰੱਖਣਾ ਕਰੇ ਜੀ। ਦੁਬਿਧਾ ਛੋੜ ਭਏ ਨਿਰੰਕਾਰੀ। ਇਹਨਾਂ ਨੇ ਦੁਬਿਧਾ ਛੱਡ ਦਿੱਤੀ ਹੈ, ਅੰਦਰੋਂ ਦੋ ਚਿੱਤੀ ਖਤਮ ਕਰ ਦਿੱਤੀ ਹੈ। ਉਹ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੋ ਗਏ, ਨਿਰੰਕਾਰੀ ਤੋਂ ਭਾਵ ਉਸ ਵਾਹਿਗੁਰੂ ਦਾ ਰੂਪ ਹੋ ਗਏ ਹਨ ਜੀ। ਮੁਕਤ ਪਦਾਰਥ ਹਰ ਰਸ ਚਾਖੇ। ਇਹ ਮੁਕਤ ਪਦਾਰਥ ਇਹਨਾਂ ਨੇ ਪ੍ਰਾਪਤ ਕਰ ਲਿਆ, ਪਾ ਲਿਆ ਤੇ ਪਾਇਆ ਕਿਵੇਂ? ਹਰ ਰਸ ਚਾਖੇ, ਹਰੀ ਪਰਮਾਤਮਾ ਦੇ ਨਾਮ ਰਸ ਨੂੰ ਚੱਖ ਕੇ, ਖਾ ਕੇ, ਮਾਣ ਕੇ, ਨਾਮ ਜਪ ਕੇ, ਸਿਮਰਨ ਕਰਕੇ ਜੀ। ਆਮਣ ਜਾਣਾ ਹੈ ਗੁਰ ਰਾਖੇ। ਇਹਨਾਂ ਦਾ ਜੰਮਣਾ ਤੇ ਮਰਨਾ ਜਿਹੜਾ ਇਹ ਛੁੱਟ ਗਿਆ, ਗੁਰੂ ਨੇ ਇਹਨਾਂ ਤੇ ਕਿਰਪਾ ਕਰਕੇ ਰੱਖਿਆ ਕੀਤੀ ਹੈ, ਰੱਖਣਾ ਕੀਤਾ ਹੈ। ਸਰਵਰ ਹੰਸਾ ਛੋੜ ਨਾ ਜਾਏ। ਹੁਣ ਜਿਹੜਾ ਹੰਸ ਹੈ ਇਹ ਸਰੋਵਰ ਨੂੰ ਛੱਡ ਕੇ ਨਹੀਂ ਜਾਂਦਾ, ਕਿਉਂਕਿ ਇਹਨੂੰ ਪਤਾ ਮੈਨੂੰ ਹੋਰ ਕਿਤੋਂ ਇਸ ਤਰ੍ਹਾਂ ਦੇ ਪਦਾਰਥ ਹੀ ਨਹੀਂ ਮਿਲਨੇ ਤੇ ਹੋਰ ਪਦਾਰਥ ਜਿਹੜੇ ਨੇ ਉਹ ਮੇਰੇ ਕਿਸੇ ਕੰਮ ਹੀ ਨਹੀਂ, ਮੈਂ ਉਹ ਛਕਣੇ ਛਕਾਉਣੇ ਨਹੀਂ। ਇਸੇ ਤਰ੍ਹਾਂ ਜਿਹੜਾ ਗੁਰਮੁਖ ਪਿਆਰਾ ਗੁਰਸਿੱਖ ਹੈ, ਜਿਹੜਾ ਸੰਤ ਹੈ, ਇਹ ਵੀ ਆਪਣੇ ਗੁਰੂ ਨੂੰ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ ਹੈ ਜੀ। ਪ੍ਰੇਮ ਭਗਤ ਕਰ ਸਹਿਜ ਸਮਾਏ। ਤੇ ਗੁਰਸਿੱਖ ਜਿਹੜਾ ਹੈ ਆਪਣੇ ਗੁਰੂ ਨੂੰ ਛੱਡ ਕੇ ਨਹੀਂ ਜਾਂਦਾ, ਪ੍ਰੇਮਾ ਭਗਤੀ ਕਰਕੇ ਸੁਧੇ ਸਿੱਧ ਗਿਆਨ ਦੇ ਵਿੱਚ ਅਭੇਦ ਹੋ ਜਾਂਦਾ ਹੈ ਜੀ। ਸਰਵਰ ਮਹਿ ਹੰਸ ਹੰਸ ਮਹਿ ਸਾਗਰ। ਹੁਣ ਜਿਹੜਾ ਸਰਵਰ ਹੈ ਉਹਦੇ ਤੇ ਹੰਸ ਰਹਿੰਦੇ ਨੇ ਤੇ ਹੰਸਾਂ ਦੇ ਅੰਦਰ ਨੇ ਜਿਹੜਾ ਉਹ ਸਰਵਰ ਦਾ ਧਿਆਨ ਬਣਿਆ ਰਹਿੰਦਾ ਹੈ। ਇਹਨੂੰ ਇਸ ਤਰ੍ਹਾਂ ਸਮਝ ਲਓ ਜਿਵੇਂ ਸਾਨੂੰ ਪਤਾ ਹੈ ਵੀ ਪ੍ਰਸ਼ਾਦਾ ਪਾਣੀ ਜਿਹੜਾ ਹੈ ਇਹ ਰਸੋਈ ਦੇ ਵਿੱਚੋਂ ਤਿਆਰ ਹੋ ਕੇ ਤੇ ਸਾਨੂੰ ਮਿਲਣਾ ਹੈ। ਹੁਣ ਜਦੋਂ ਸਾਨੂੰ ਭੁੱਖ ਲੱਗੀ ਹੋਵੇ ਨਾ, ਸਾਡਾ ਆਟੋਮੈਟਿਕਲੀ ਧਿਆਨ ਹੈ ਜਿਹੜਾ ਰਸੋਈ ਵਾਲੇ ਪਾਸੇ ਜਾਂਦਾ ਹੈ। ਮੰਜੇ ਤੇ ਵੀ ਬੈਠੇ ਹੋਈਏ ਤੇ ਵੇਖੀਦਾ ਰਸੋਈ ਵਾਲੇ ਪਾਸੇ ਵੀ ਅਜੇ ਥਾਲ 'ਚ ਪਾ ਕੇ ਲੈ ਕੇ ਨਹੀਂ ਆਏ, ਮੈਨੂੰ ਤਾਂ ਬੜੀ ਭੁੱਖ ਲੱਗੀ ਏ। ਇਹ ਹੁਣ ਸਾਡੇ ਅੰਦਰ ਜਿਹੜਾ ਧਿਆਨ ਹੈ ਉਹ ਰਸੋਈ ਦੇ ਨਾਲ ਜੁੜ ਗਿਆ, ਇੱਥੋਂ ਸਾਨੂੰ ਪਦਾਰਥ ਮਿਲਦਾ ਹੈ।
ਸੋ ਗੁਰੂ ਮਹਾਰਾਜ ਜੀ ਇਸ ਨੁਕਤੇ ਦੇ ਨਾਲ ਸਮਝਾਉਂਦੇ ਨੇ, ਸਰਵਰ ਮੈਂ ਹੰਸ, ਜਿਹੜਾ ਸਰੋਵਰ ਹੈ ਉੱਥੇ ਹੰਸੀ ਰਹਿ ਸਕਦੇ ਨੇ, ਹੋਰ ਕੋਈ ਰਹਿ ਨਹੀਂ ਸਕਦਾ, ਕਿਉਂਕਿ ਹੋਰ ਕਿਸੇ ਨੂੰ ਉਥੋਂ ਜੀਵਨ ਹੀ ਨਹੀਂ ਮਿਲਣਾ, ਹੋਰ ਕਿਸੇ ਦੀ ਜਿਹੜੀ ਖਾਦ ਕਰਾ ਕੇ ਉਹ ਉੱਥੇ ਹੈ ਹੀ ਨਹੀਂ। ਇਸੇ ਤਰ੍ਹਾਂ ਫਿਰ ਹੰਸਮੈ ਸਾਗਰ, ਤੇ ਜਿਹੜੇ ਹੰਸ ਨੇ ਨਾ ਉਹਨਾਂ ਦੇ ਅੰਦਰ ਵੀ ਸਾਗਰ ਜਿਹੜਾ ਉਹ ਵਸਿਆ ਰਹਿੰਦਾ, ਭਾਵ ਉਹਨਾਂ ਦਾ ਧਿਆਨ ਵੀ ਸਾਗਰ ਦੇ ਵਿੱਚ ਜੁੜਿਆ ਰਹਿੰਦਾ। ਉਹਨਾਂ ਨੂੰ ਵੀ ਪਤਾ ਹੈ ਵੀ ਜਿਹੜਾ ਸਾਡਾ ਖਾਦ ਪਦਾਰਥ ਹੈ ਉਹ ਸਾਨੂੰ ਸਾਗਰ ਤੋਂ ਮਿਲਣਾ ਹੈ। ਤੇ ਹੁਣ ਗੁਰੂ ਮਹਾਰਾਜ ਜੀ ਨੇ ਸਾਨੂੰ ਸਮਝਾਇਆ, ਇਸੇ ਤਰ੍ਹਾਂ ਜਿਹੜਾ ਗੁਰਸਿੱਖ ਹੁੰਦਾ ਹੈ ਨਾ, ਉਹ ਗੁਰੂ ਦੇ ਪਾਸ ਹੀ ਰਹਿੰਦਾ ਹੈ, ਉਹ ਗੁਰੂ ਦੇ ਪਾਸ ਰਹਿੰਦਾ, ਗੁਰੂ ਦੇ ਚਰਨਾਂ ਦੇ ਵਿੱਚ ਜੁੜਿਆ ਰਹਿੰਦਾ ਹੈ। ਤੇ ਜਦੋਂ ਵੀ ਉਹਦੇ ਜੀਵਨ ਦਾ ਕੋਈ ਇਸ ਤਰ੍ਹਾਂ ਦਾ ਹਿੱਸਾ ਬਣਦਾ, ਜਿਵੇਂ ਸਾਨੂੰ ਭੁੱਖ ਲੱਗਦੀ ਹੈ ਤੇ ਧਿਆਨ ਰਸੋਈ 'ਚ ਜਾਂਦਾ ਹੈ, ਉਸੇ ਤਰ੍ਹਾਂ ਫਿਰ ਜਦੋਂ ਮੁਸੀਬਤ ਪੈਂਦੀ ਹੈ ਜਾਂ ਖੁਸ਼ੀ ਕਮੀ ਕੋਈ ਵੀ ਹੁੰਦੀ, ਹਰ ਵਕਤ ਉਹਦਾ ਧਿਆਨ ਗੁਰੂ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ ਜੀ। ਅਕਥ ਕਥਾ ਗੁਰ ਬਚਨੀ ਆਦਰ, ਗੁਰ ਬਚਨੀ ਆਦਰ, ਜਦੋਂ ਆਪਾਂ ਗੁਰੂ ਦੇ ਬਚਨਾਂ ਦਾ ਆਦਰ ਕਰਦੇ ਆ ਨਾ, ਗੁਰੂ ਦੇ ਬਚਨਾਂ ਦਾ ਸਤਿਕਾਰ ਕਰਦੇ ਆ, ਤੇ ਫਿਰ ਗੁਰੂ ਕਿਰਪਾ ਕਰਦਾ। ਅਕਥ ਕਥਾ, ਉਹ ਪਰਮਾਤਮਾ ਉਹਨੂੰ ਕਥਿਆ ਨਹੀਂ ਜਾ ਸਕਦਾ, ਉਹਦੀ ਜਿਹੜੀ ਅਕਥ ਹੈ ਨਾ ਕਥੀ ਜਾਣ ਵਾਲੀ ਕਥਾ ਹੈ, ਇਹਦਾ ਗਿਆਨ ਸੋਝੀ ਫੇਰ ਹੁੰਦੀ ਹੈ। ਬਾਣੀ ਪੜ੍ਹ ਰਹੇ ਹੋ ਤੇ ਕੋਈ ਕੋਲ ਸੁਣ ਰਿਹਾ ਹੋਵੇ ਬਾਣੀ ਨੂੰ, ਉਹ ਜਿਹੜਾ ਬੈਠਾ ਹੈ ਉਹਦੇ ਨਾਲ ਕੋਈ ਹੋਰ ਗੱਲਾਂ ਕਰ ਰਿਹਾ, ਤੇ ਫਿਰ ਥੋੜੀ ਪਤਾ ਲੱਗੇਗਾ ਵੀ ਗ੍ਰੰਥੀ ਸਿੰਘ ਨੇ ਕੀ ਪਾਠ ਕੀਤਾ ਹੈ, ਕੀ ਬਾਣੀ ਪੜ੍ਹੀ ਹੈ, ਤੇ ਗੁਰੂ ਜੀ ਨੇ ਤੇ ਬਾਣੀ ਦੇ ਵਿੱਚ ਕੀ ਦਰਜ ਕਰਕੇ ਸਾਨੂੰ ਗਿਆਨ ਦਿੱਤਾ ਹੈ। ਸਮਝ ਤਾਂ ਹੀ ਆਵੇਗੀ ਜੇ ਅਸੀਂ ਗੁਰਬਾਣੀ ਦਾ ਸਤਿਕਾਰ ਕਰਾਂਗੇ। ਇਹ ਗੁਰਬਾਣੀ ਦਾ ਸਭ ਤੋਂ ਵੱਡਾ ਨਰਾਦਰ ਹੈ। ਗ੍ਰੰਥੀ ਸਿੰਘ ਪਾਠ ਕਰ ਰਿਹਾ ਹੋਵੇ ਤੇ ਅਸੀਂ ਦਰਬਾਰ ਸਾਹਿਬ ਦੇ ਵਿੱਚ ਬੈਠੇ ਗੱਲਾਂ ਕਰ ਰਹੇ ਹੋਈਏ, ਇਹ ਤੋਂ ਵੱਡਾ ਗੁਰਬਾਣੀ ਦਾ ਨਰਾਦਰ ਨਹੀਂ। ਕਿਉਂਕਿ ਦਾਸ ਬੇਨਤੀ ਕਰਦਾ ਹੁੰਦਾ ਹੈ, ਘਰ ਦੇ ਵਿੱਚ ਬਜ਼ੁਰਗ ਹੋਵੇ, ਜੇ ਕੋਈ ਪੁੱਛੇ ਕੌਣ ਹੈ ਤੇ ਅਸੀਂ ਕਹਿ ਦਈਏ ਸਾਡਾ ਦਾਦਾ ਹੈ, ਸਾਡਾ ਬਜ਼ੁਰਗ ਹੈ, ਸਾਡਾ ਵਡੇਰਾ ਹੈ, ਤੇ ਜੋ ਆਖੇ ਨਾ ਪੁੱਤਰ ਮੇਰੀ ਗੱਲ ਸੁਣ, ਤੂੰ ਚੁੱਪ ਕਰ ਬੁੜਿਆ, ਪਹਿਲੂ ਮੇਰੀ ਗੱਲ ਸੁਣ। ਹੁਣ ਇੱਕ ਪਾਸੇ ਤੇ ਅਸੀਂ ਕਹਿ ਦਿੰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਨੇ, ਸਾਡੇ ਵਡੇਰੇ ਨੇ, ਸਾਡੇ ਬਜ਼ੁਰਗ ਨੇ, ਸਾਡੇ ਸਤਿਕਾਰਯੋਗ ਨੇ, ਤੇ ਦੂਜੇ ਪਾਸੇ ਜਦੋਂ ਇਹਨਾਂ ਦਾ ਫਰਮਾਨ ਚੱਲ ਰਿਹਾ ਹੁੰਦਾ, ਹੁਕਮਨਾਮਾ ਹੋ ਰਿਹਾ ਹੁੰਦਾ ਹੈ, ਗੁਰੂ ਮਹਾਰਾਜ ਜੀ ਫਰਮਾਨ ਕਰ ਰਹੇ ਹੁੰਦੇ ਨੇ, ਤੇ ਅਸੀਂ ਉਦੋਂ ਆਖੜੇ ਹੋ ਕੇ ਅਰਦਾਸ ਕਰਨ ਲੱਗ ਜਾਂਦੇ, ਤੂੰ ਚੁੱਪ ਕਰ ਪਹਿਲੂ ਮੇਰੀ ਸੁਣ ਲਾ। ਇਹੀ ਆਖ ਰਹੇ ਹਨ ਨਾ, ਗੁਰੂ ਮਹਾਰਾਜ ਜੀ ਦਾ ਫਰਮਾਨ ਸੁਣਾ ਰਹੇ ਨੇ, ਸਾਨੂੰ ਹੁਕਮਨਾਮਾ ਸੁਣਾ ਰਹੇ ਨੇ, ਤੇ ਅਸੀਂ ਅੱਗੇ ਆਣ ਕੇ ਹੱਥ ਜੋੜ ਕੇ ਅਰਦਾਸ ਕਰਨ ਲੱਗ ਜਾਂਦੇ ਆ, ਹੇ ਗੁਰੂ ਮਹਾਰਾਜ ਜੀ ਤੁਸੀਂ ਪਹਿਲੂ ਮੇਰੀ ਸੁਣੋ। ਇਹ ਇੱਕ ਨਰਾਦਰ ਕਰ ਰਹੇ ਆ, ਸੁਣਨ ਦੀ ਬਜਾਏ ਅਸੀਂ ਸੁਣਾ ਰਹੇ ਆ, ਤੇ ਇਹ ਜਿਹੜਾ ਸੁਣਾਇਆ ਜਾਂਦਾ ਹੈ ਇਹ ਕੋਈ ਸਤਿਕਾਰ ਵਾਲੀ ਗੱਲ ਨਹੀਂ। ਸਤਿਕਾਰ ਤਾਂ ਹੀ ਹੈ ਪਹਿਲੂ ਗੁਰੂ ਜੀ ਦਾ ਫਰਮਾਨ ਸੁਣ ਲਓ, ਤੇ ਜਦੋਂ ਸਮਾਂ ਮਿਲੇ, ਜਦੋਂ ਵਕਤ ਮਿਲੇ, ਉਦੋਂ ਗੁਰੂ ਮਹਾਰਾਜ ਜੀ ਦੀ ਅੱਗੇ ਅਰਦਾਸ ਬੇਨਤੀ ਕਰੋ। ਜਦੋਂ ਆਪਾਂ ਨੂੰ ਪਤਾ ਵੀ ਸਮਾਂ ਨਿਯਤ ਹੈ, ਆਪਾਂ ਤਕਰੀਬਨ 6:45 ਵਜੇ ਅਰਦਾਸ ਬੇਨਤੀ ਕਰਦੇ ਹਾਂ, ਤੇ ਫਿਰ 5 ਮਿੰਟ ਪਹਿਲੂ ਹੋਣਾ ਕੋਈ ਵੱਡੀ ਗੱਲ ਨਹੀਂ ਹੈਗੀ, ਆ ਸਕਦੇ ਆ। ਤੇ ਕਈ ਵਾਰੀ ਇਹ ਵੀ ਵੇਖਿਆ ਹੈ, ਬਾਣੀ ਪੜ੍ਹ ਰਹੇ ਹੁੰਦੇ ਨੇ ਗ੍ਰੰਥੀ ਸਿੰਘ ਤੇ ਸੰਗਤਾਂ ਜਿਹੜੀਆਂ ਨੇ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬੈਠੀਆਂ ਆਪਣੇ ਘਰ ਦੇ ਕਬੀਲਦਾਰੀ ਦੀਆਂ ਤੋੜ ਲੈਂਦੀਆਂ ਨੇ, ਇਹ ਵੀ ਨਰਾਦਰ ਹੈ, ਇਹ ਨਾ ਕਰਿਆ ਕਰੀਏ ਆਪਾਂ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਅਕਥ ਕਥਾ ਗੁਰ ਬਚਨੀ ਆਦਰ, ਗੁਰੂ ਦੇ ਬਚਨਾਂ ਦਾ ਆਦਰ ਕਰੀਏ, ਤੇ ਅਕਥ ਕਥਾ ਉਹ ਪ੍ਰਭੂ ਦੀ ਜਿਹੜੀ ਕਥਾ ਕਥੀ ਨਹੀਂ ਜਾ ਸਕਦੀ, ਪਰ ਗੁਰੂ ਕਿਰਪਾ ਕਰਦਾ ਸੋਝੀ ਦੇ ਦਿੰਦਾ ਹੈ ਜੀ। ਸੁਨ ਮੰਡਲ ਇੱਕ ਜੋਗੀ ਵੈਸੇ, ਉਹ ਗੁਰੂ ਮਹਾਰਾਜ ਜੀ ਸੱਚੇ ਸਤਿਗੁਰੂ ਅੱਗੇ ਦੀ ਗੱਲ ਕਰਦੇ ਨੇ, ਜਦੋਂ ਗੁਰਸਿੱਖ ਤੇ ਕਿਰਪਾ ਰਹਿਮਤ ਹੋ ਜਾਂਦੀ ਏ, ਫਿਰ ਉਹਦੇ ਅੰਦਰ ਸੁਣ ਦਾ ਅਰਥ ਹੁੰਦਾ ਜੀਰੋ। ਇਹ ਹਿੰਦੀ ਦਾ ਸ਼ਬਦ ਸੁਣਿਆ ਉਹਦੇ ਤੋਂ ਆਇਆ ਹੈ। ਜੀਰੋ ਦਾ ਭਾਵ ਇਹ ਹੁੰਦਾ ਹੈ ਕਿ ਮਨ ਦੇ ਵਿੱਚ ਏਕਾ ਦੁੱਕਾ ਕੁਝ ਨਹੀਂ ਚੱਲ ਰਿਹਾ। ਸੁਣ ਦਾ ਅਰਥ ਹੈ ਜੀਰੋ, ਤੇ ਜੀਰੋ ਦਾ ਅਰਥ ਇਹ ਹੈ ਵੀ ਇਹਦੇ ਮਨ ਦੇ ਵਿੱਚ ਨਾ ਕੋਈ ਇੱਕਾ ਦੁੱਕਾ ਕੁਝ ਨਹੀਂ ਚੱਲ ਰਿਹਾ। ਮਨ ਬਿਲਕੁਲ ਇਕਾਗਰ ਬਿਰਤੀ ਦੇ ਵਿੱਚ ਹੋ ਗਿਆ, ਮਨ ਦੇ ਵਿੱਚ ਨਾਮ ਰਸ ਆ ਰਿਹਾ, ਮਨ ਦੇ ਵਿੱਚ ਪ੍ਰਭੂ ਦਾ ਸਿਮਰਨ ਆ ਰਿਹਾ, ਆਨੰਦ ਧੁਨੇ ਜਿਹੜੀ ਉਹ ਪਰਮਾਤਮਾ ਦੀ ਮਨ ਦੇ ਵਿੱਚ ਚੱਲ ਰਹੀ ਹੈ ਜੀ। ਨਾਰ ਨਾ ਪੁਰਖ ਕਹੋ ਕੋ ਕੈਸੇ, ਤੇ ਉਹ ਇੱਕ ਇਸ ਤਰ੍ਹਾਂ ਦੀ ਅਵਸਥਾ ਜਦੋਂ ਪ੍ਰਾਣੀ ਉੱਥੇ ਚਲਾ ਜਾਂਦਾ ਹੈ ਨਾ, ਤੇ ਫਿਰ ਉਹ ਉਹਦੇ ਵਿੱਚ ਨਾਰ ਨਾ ਪੁਰਖ, ਇਹਨੂੰ ਥੋੜਾ ਜਿਹਾ ਡੰਗਾਈ ਦੇ ਨਾਲ ਸਮਝਣਾ ਪੈਣਾ। ਜਿਹੜੇ ਤਾਂ ਭਾਈ ਗੁਰਮੁਖ ਪਿਆਰੇ ਇੱਥੋਂ ਤੱਕ ਪਹੁੰਚੇ ਹੋਏ ਨੇ ਉਹਨਾਂ ਨੂੰ ਤਾਂ ਸੁਧ ਹੀ ਪਤਾ ਲੱਗ ਜਾਂਦਾ, ਦੂਜੇ ਨੂੰ ਥੋੜਾ ਜਿਹੜਾ ਗਿਆਨ ਨਹੀਂ ਉਹਨੂੰ ਰਾਹ ਵਿਖਾਣਾ ਪੈਂਦਾ ਹੈ।
ਜਿਵੇਂ ਅਸੀਂ ਬੈਠੇ ਹਾਂ ਚੌਂਕੜਾ ਮਾਰ ਕੇ, ਸਾਡਾ ਪੈਰ ਸੌਂ ਗਿਆ। ਹੁਣ ਜਦੋਂ ਪੈਰ ਸੌਂ ਗਿਆ ਇਹਦੇ ਤੇ ਭਾਵੇਂ ਚੂੰਡੀਆਂ ਵੱਢੋ, ਭਾਵੇਂ ਮੁੱਕੀਆਂ ਮਾਰੋ, ਇਹ ਤਾਂ ਸੌਂ ਗਿਆ। ਜਦੋਂ ਜਾਗੇਗਾ ਨਾ, ਖੂਨ ਸਰਕਲ ਕਰੇਗਾ ਜਦੋਂ, ਤੇ ਉਦੋਂ ਹੀ ਇਹਨੂੰ ਪਤਾ ਲੱਗਣਾ ਵੀ ਕੋਈ ਮੈਨੂੰ ਚੂੰਡੀ ਵੱਢ ਰਹੀ ਹੈ, ਨਹੀਂ ਤਾਂ ਇਹ ਪੈਰ ਸੁੱਤਾ ਪਿਆ ਹੈ। ਇਹਨੂੰ ਕਹਿ ਦਿੰਦੇ ਨੇ ਸੁੰਨ, ਜ਼ੀਰੋ। ਜ਼ੀਰੋ ਦੇ ਵਿੱਚ ਚਲਾ ਗਿਆ, ਕਿਉਂ? ਜਿਹੜਾ ਖੂਨ ਸੀ ਉਹ ਸਰਕਲ ਨਹੀਂ ਕਰ ਰਿਹਾ, ਖੂਨ ਰੁਕ ਗਿਆ। ਉਸੇ ਤਰ੍ਹਾਂ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ, ਮਨ ਜਦੋਂ ਜ਼ੀਰੋ ਹੋ ਜਾਂਦਾ ਹੈ, ਸੁੰਨ 'ਚ ਚਲਾ ਜਾਂਦਾ ਹੈ, ਕੋਈ ਵੀ ਕਿਸੇ ਪ੍ਰਕਾਰ ਦਾ ਸੰਕਲਪ ਤੇ ਵਿਕਲਪ ਮਨ ਦੇ ਵਿੱਚ ਨਹੀਂ ਚੱਲਦਾ। ਉਹ ਇੱਕ ਇਸ ਤਰ੍ਹਾਂ ਦੀ ਅਵਸਥਾ ਹੈ, ਨਾਰ ਨਾ ਪੁਰਖ। ਉਹਦੇ ਵਿੱਚ ਔਰਤ ਵਾਲੇ ਤੇ ਪੁਰਖ ਵਾਲੇ ਜਿਹੜੇ ਗੁਣ ਨੇ ਨਾ, ਇਹ ਕੋਈ ਨਹੀਂ ਰਹਿੰਦਾ। ਭਾਵ ਉਹਨੂੰ ਨਾ ਔਰਤ ਆਖ ਸਕਦੇ ਤੇ ਨਾ ਮਰਦ ਆਖ ਸਕਦੇ। ਇਹ ਦੋਵਾਂ ਅਵਸਥਾ ਤੋਂ ਉਹ ਉੱਚਾ ਉੱਠ ਗਿਆ। ਉਹ ਪ੍ਰਭੂ ਪਰਮਾਤਮਾ ਨਾਰ ਨਾ ਪੁਰਖ ਨਾ ਪੰਖ ਨੂੰ, ਮਾਰੂ ਰਾਗ ਦੇ ਅੰਦਰ ਵੀ ਹੁੰਦਾ ਹੈ। ਉੱਥੇ ਵੀ ਗੁਰੂ ਮਹਾਰਾਜ ਜੀ ਨੇ ਇਹੀ ਗੱਲ ਦੱਸੀ, ਨਾਰ ਨਾ ਪੁਰਖ ਨਾ ਪੰਖ ਨੂੰ। ਪੰਖ ਨੂੰ ਕਹਿੰਦੇ ਨੇ ਬਾਕੀ ਜੂਨਾਂ ਸਾਰੀਆਂ ਹੀ ਲਾ ਲਓ। ਗੁਰੂ ਜੀ ਰਹਿਮਤ ਕਰਦੇ ਨੇ, ਉਹ ਇੱਕ ਇਸ ਤਰ੍ਹਾਂ ਦੀ ਅਵਸਥਾ ਹੈ, ਉੱਥੇ ਪ੍ਰਾਣੀ ਨਾ ਇਸ ਅਵਸਥਾ ਨੂੰ ਪਹੁੰਚ ਜਾਂਦਾ ਹੈ, ਇਹ ਸਾਰਿਆਂ ਤੋਂ ਉੱਪਰ ਉੱਠ ਜਾਂਦਾ ਹੈ ਜੀ। ਤੇ ਭਵਨ ਜੋਤ ਰਹੇ ਲਿਵਲਾਈ, ਤੇ ਤਿੰਨਾਂ ਭਵਨਾਂ ਦਾ ਮਾਲਕ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦੀ ਜੋਤ ਦੇ ਵਿੱਚ ਲਿਵ ਪ੍ਰੀਤ ਲੱਗੀ ਰਹਿੰਦੀ ਹੈ ਜੀ। ਸੁਰ ਨਰ ਨਾਥ ਸੱਚੇ ਸਰਣਾਈ, ਸੁਰ ਨਰ ਜਿਹੜੇ ਦੇਵਤੇ ਤੇ ਪ੍ਰਾਣੀ ਨੇ ਨਾ, ਨਾਥ ਉਹਨਾਂ ਦਾ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ। ਭਾਵੇਂ ਦੇਵਤਾ ਤੇ ਭਾਵੇਂ ਨਰ ਪ੍ਰਾਣੀ ਹੈ। ਦੇਵਤਾ ਜਿਹੜਾ, ਇਹਦੇ 'ਚ ਦੇਵੀ ਗੁਣ ਆ ਜਾਂਦੇ ਨੇ, ਫਿਰ ਇਹ ਦੇਵਤਾ ਬਣ ਜਾਂਦਾ ਹੈ। ਗੁਰੂ ਮਹਾਰਾਜ ਜੀ ਨੇ ਸਾਨੂੰ ਦੱਸਿਆ ਹੈ, ਮਾਨਸ ਤੇ ਦੇਵਤੇ ਭੈ, ਬੰਦੇ ਤੋਂ ਦੇਵਤਾ ਹੋ ਗਿਆ। ਜਿੰਦੀ ਭਾਵਨਾ ਕੇਵਲ ਦੇਣ ਵਾਲੀ ਹੋਵੇ ਉਹਨੂੰ ਦੇਵਤਾ ਆਖਿਆ ਜਾਂਦਾ ਹੈ, ਲੈਂਦਾ ਕੁਝ ਨਹੀਂ, ਇਹਨੇ ਦੇਣਾ ਹੀ ਦੇਣਾ ਹੁੰਦਾ ਹੈ, ਇਹਨੂੰ ਦੇਵਤਾ ਆਖਿਆ ਜਾਂਦਾ ਹੈ। ਸੋ ਗੁਰੂ ਜੀ ਇੱਥੇ ਰਹਿਮਤ ਕਰਦੇ ਨੇ, ਸੁਰ ਨਰ, ਸੁਰ ਦੇਵਤੇ ਤੇ ਨਰ ਪ੍ਰਾਣੀ, ਨਾਥ ਇਹਨਾਂ ਦਾ ਜਿਹੜਾ ਮਾਲਕ ਹੈ, ਭਾਵ ਸਾਡਾ ਸਾਰਿਆਂ ਦਾ ਮਾਲਕ ਹੈ ਜਿਹੜਾ ਸੱਚੇ ਸਰਨਾਈ, ਉਹ ਸੱਚੇ ਦੀ ਸ਼ਰਨ ਦੇ ਵਿੱਚ ਰਹਿੰਦੇ ਹਨ ਜੀ। ਆਨੰਦ ਮੂਲ ਅਨਾਥ ਆਧਾਰੀ, ਆਨੰਦ ਮੂਲ ਰੂਪ ਦੇ ਵਿੱਚ ਉਹ ਸੁਖ ਸਰੂਪ ਹੈ, ਆਨੰਦ ਸਰੂਪ ਹੈ। ਤੇ ਅਨਾਥ, ਉਹਨੂੰ ਕਿਸੇ ਦੇ ਆਸਰੇ ਦੀ ਲੋੜ ਨਹੀਂ, ਉਹ ਸਾਡਾ ਅਨਾਥਾਂ ਦਾ ਆਸਰਾ ਹੈ। ਆਧਾਰੀ, ਸਾਡਾ ਉਹ ਆਧਾਰ ਕਰਨ ਵਾਲਾ ਹੈ ਜੀ। ਗੁਰਮੁਖ ਭਗਤ ਸਹਿਜ ਵਿਚਾਰੀ, ਤੇ ਜਿਹੜਾ ਗੁਰਮੁਖ ਹੈ ਨਾ, ਉਹਨੇ ਇਸ ਭਗਤੀ ਨੂੰ ਆਪਣੇ ਅੰਦਰ ਗਿਆਨ ਦੇ ਨਾਲ ਵਿਚਾਰਨਾ ਕੀਤਾ ਹੈ। ਇਹ ਆਪਣੇ ਆਪ ਨੂੰ ਅੰਦਰ ਪੜ੍ਹਨਾ ਪੈਂਦਾ ਹੈ। ਜਿਵੇਂ ਕੱਲ ਵੀ ਪਾਵਨ ਸ਼ਬਦ ਆਇਆ ਸਨ, ਕਾਹੇ ਰੇ ਬਨ ਖੋਜਨ ਜਾਇਕਾ ਦੇ ਲਈ ਜੰਗਲਾਂ ਦੇ ਵਿੱਚ ਜਾਣਾ। ਕਿਉਂ? ਕਿਉਂਕਿ ਉਹ ਪਰਮਾਤਮਾ ਜਿਹੜਾ, ਉਹ ਸਰੀਰ ਦਾ ਵਿਸ਼ਾ ਨਹੀਂ ਹੈਗਾ, ਉਹ ਮਨ ਦਾ ਵਿਸ਼ਾ ਹੈ। ਵਾਹਿਗੁਰੂ ਦੀ ਪ੍ਰਾਪਤੀ ਹੈ ਜਿਹੜੀ, ਇਹ ਮਨ ਨੂੰ ਪੜ੍ਹਨਾ ਪਏਗਾ, ਮਨ ਨੂੰ ਸਮਝਣਾ ਤੇ ਸਮਝਾਉਣਾ ਪਏਗਾ, ਇਹ ਮਨ ਦਾ ਵਿਸ਼ਾ ਹੈ। ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਇੱਥੇ ਰਹਿਮਤ ਕਰਦੇ ਨੇ, ਗੁਰਮੁਖ ਭਗਤ ਸਹਿਜ ਵਿਚਾਰੀ ਗਏ। ਗੁਰਮੁਖ ਨੇ ਨਾ, ਉਹ ਭਗਤੀ ਕਰਦੇ ਨੇ। ਕਿਹੜੀ ਭਗਤੀ ਕਰਦੇ ਨੇ? ਗਿਆਨ ਦੀ ਵਿਚਾਰ ਵਾਲੀ ਕਰਦੇ ਹਨ ਜੀ। ਭਗਤ ਵਚਨ ਭੈ ਕਾਟਨ ਹਾਰੇ, ਪ੍ਰਭੂ ਪਰਮਾਤਮਾ ਭਗਤਾਂ ਦੀ ਰੱਖਿਆ ਕਰਨ ਵਾਲੇ ਤੇ ਦੁੱਖਾਂ ਡਰਾਂ ਦਾ ਨਾਸ਼ ਕਰਨ ਵਾਲਾ ਹੈ ਜੀ। ਹਉਮੈ ਮਾਰ ਮਿਲੇ ਭਗਤਾਰੇ, ਹਉਮੈ ਮਾਰ, ਜਦੋਂ ਅਸੀਂ ਆਪਣੇ ਅੰਦਰੋਂ ਹਉਮੈ ਨੂੰ ਮਾਰ ਲਵਾਂਗੇ ਨਾ, ਮਿਲੇ, ਫਿਰ ਉਹ ਮਿਲੇਗਾ ਪੱਗ ਧਾਰੇ। ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨੂੰ ਅੰਦਰ ਧਾਰਨਾ ਪਏਗਾ, ਭਾਵ ਨਾਮ ਨੂੰ ਅੰਦਰ ਧਾਰ ਕੇ ਹਉਮੈ ਦਾ ਨਾਸ਼ ਕਰ ਲਵਾਂਗੇ ਤੇ ਫਿਰ ਪਰਮਾਤਮਾ ਮਿਲਦਾ ਹੈ ਜੀ। ਅਨਕ ਜਤਨ ਕਰ ਕਾਲ ਸੰਤਾਏ, ਬਾਕੀ ਨਾਮ ਤੋਂ ਬਿਨਾ ਕਿੰਨੇ ਵੀ ਯਤਨ ਕਰ ਲਈਏ ਤੇ ਇਹ ਕਲਯੁਗ ਇਹ ਸਤਾਣੂ ਨਹੀਂ ਹਟਦਾ। ਕਿੰਨੇ ਵੀ ਅਸੀਂ ਨਾਮ ਤੋਂ ਬਿਨਾ, ਭਜਨ ਬੰਦਗੀ ਸਿਮਰਨ ਤੋਂ ਬਿਨਾ ਯਤਨ ਕਰ ਲਈਏ, ਇਹ ਕਲਯੁਗ ਇਹ ਸਤਾਣੂ ਨਹੀਂ ਹਟਦਾ। ਇਹਨੇ ਸਤਾਣਾ ਹੀ ਸਤਾਣਾ ਹੈ। ਇਹਨੇ ਆਪਣਾ ਜਿਹੜਾ ਨਾ ਇਹ ਵਿਖਾਉਣਾ। ਇਹ ਕਿਵੇਂ ਸਤਾਉਂਦਾ ਇਹ ਸਮਝ ਲਈਏ। ਹੁਣ ਭਗਤ ਕਬੀਰ ਜੀ ਸੀ, ਇਹ ਵਿਚਾਰੇ ਖੱਡੀ ਬੁਣਦੇ ਸੀ, ਕਿਸੇ ਦਾ ਮਾੜਾ ਨਹੀਂ ਸੀ ਕਰਦੇ, ਕਿਸੇ ਦਾ ਚੰਗਾ ਨਹੀਂ ਸੀ ਕਰਦੇ। ਖੱਡੀ ਬੁਣ ਲੈਂਦੇ ਤੇ ਜਿਹੜਾ ਕੋਈ 4 ਪੈਸੇ ਦੇ ਜਾਂਦਾ, ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਸੀ। ਤੇ ਫਿਰ ਕਾਲ ਨੇ ਇਹਨਾਂ ਨੂੰ ਕਿਉਂ ਸਤਾਇਆ? ਇਹਨਾਂ ਨੂੰ ਵੀ ਸਤਾਇਆ, ਇਤਨਾ ਸਤਾਇਆ ਕਿ ਇਹਨਾਂ ਦੇ ਹੱਥ ਤੇ ਪੈਰ ਬੰਨ੍ਹ ਕੇ ਨਾ ਇਹਨਾਂ ਨੂੰ ਹਾਥੀ ਦੇ ਅੱਗੇ ਸੱਟਿਆ ਗਿਆ। ਕਾਹਦੇ ਵਾਸਤੇ? ਉਹ ਇਸ ਵਾਸਤੇ ਕਿ ਜਦੋਂ 100 ਕਮਲਾ ਹੋਵੇ ਤੇ ਉਹਨਾਂ ਵਿੱਚ ਇੱਕ ਸਿਆਣਾ ਹੋਵੇ ਤੇ ਫਿਰ ਜਿਹੜੇ 100 ਕਮਲੇ ਨੇ ਨਾ, ਉਹ ਸਿਆਣੇ ਨੂੰ ਜੀਣ ਨਹੀਂ ਦੇਣਗੇ।
100 ਕਮਲਾ ਇਕੱਠਾ ਹੋਵੇ, ਉਹਨਾਂ 'ਚ ਇੱਕ ਸਿਆਣਾ ਹੋਵੇ ਤੇ ਉਹ ਜੇ ਚੰਗਾ ਹੋਵੇ ਤੇ ਉੱਥੋਂ ਖਿਸਕ ਜਾਵੇ, ਨਹੀਂ ਤਾਂ ਫਿਰ ਉਹ ਕਮਲੇ ਜਿਹੜੇ ਨੇ ਨਾ ਉਹਨਾਂ ਨੇ ਜਾਂ ਤਾਂ ਉਹਨਾਂ ਵਰਗੀ ਹੋ ਜੇ ਕਮਲਾ ਜਿਵੇਂ ਦੇ ਉਹ ਨੇ। ਨਹੀਂ ਸਮਝ ਆਈ ਤਾਂ ਇਸ ਤਰ੍ਹਾਂ ਬੜੀ ਸਮਝ ਆਏਗੀ। 4 ਜਣੇ ਚੋਰ ਹੋਣ ਤੇ ਇੱਕ ਜਣਾ ਵਿੱਚ ਸਾਧ ਹੋਵੇ ਨਾ, ਉਹ ਚਾਰਾਂ ਨੇ ਆਪਸ ਵਿੱਚ ਗਿੱਟ-ਮਿੱਟ ਕਰ ਲੈਣੀ ਹੈ ਵੀ ਆਪਾਂ ਤਾਂ ਚਾਰਾਂ ਨੇ ਚੋਰੀ ਕਰਨੀ, ਆਪਣਾ ਤਾਂ ਇਰਾਦਾ ਸਾਰਿਆਂ ਦਾ ਇੱਕੋ ਹੀ ਹੈ। ਪਰ ਆਹ ਜਿਹੜਾ ਬੰਦਾ ਆਪਣੇ ਨਾਲ ਹੈ ਨਾ, ਇਹਦਾ ਇਰਾਦਾ ਆਪਣੇ ਨਾਲ ਨਹੀਂ ਮਿਲਦਾ ਤੇ ਆਪਣਾ ਫਿਰ ਇਹਨੇ ਅੱਗੇ ਗੱਲ ਦੱਸ ਦੇਣੀ ਹੈ। ਇਸ ਕਰਕੇ ਫਿਰ ਹੁਣ 4 ਇੱਕ ਪਾਸੇ ਹੋ ਗਏ ਨੇ ਤੇ ਇਕੱਲਾ ਵਿਚਾਰਾ ਇੱਕ ਪਾਸੇ ਹੋ ਗਿਆ ਹੈ। ਮੇਰੇ ਖਿਆਲ ਗੱਲ ਦੀ ਸਮਝ ਆ ਗਈ ਹੋਣੀ ਹੈ। ਧੰਨ ਗੁਰੂ ਜੀ ਰਹਿਮਤ ਕਰਦੇ ਨੇ, ਸੱਚੇ ਸਤਿਗੁਰੂ ਜੀ ਇੱਥੇ ਸਾਨੂੰ ਦੱਸਦੇ ਨੇ, ਅਣਖ ਯਤਨ ਕਰ ਕਾਲ ਸੰਤਾਏ, ਇਹ ਕਾਲ ਹੈ ਕਲ ਯੁਗ ਹੈ ਭਾਈ, ਇਹਨੇ ਸਤਾਉਣਾ ਹੀ ਸਤਾਉਣਾ, ਕਿੰਨੇ ਮਰਜ਼ੀ ਯਤਨ ਕਰ ਲਈਏ। ਔਰ ਪ੍ਰਭੂ ਪਰਮਾਤਮਾ ਦਾ ਨਾਮ ਜਪਣ ਵਾਲੇ ਜਿਹੜੇ ਨੇ ਉਹਨਾਂ ਦਾ ਇਹੀ ਹਾਲ ਹੁੰਦਾ ਜਿਵੇਂ ਭਗਤ ਕਬੀਰ ਜੀ ਦਾ ਹੋਇਆ, ਰਵਿਦਾਸ ਜੀ ਦਾ ਹੋਇਆ, ਨਾਮਦੇਵ ਜੀ ਦਾ ਹੋਇਆ ਤੇ ਧੰਨ ਗੁਰੂ ਅਰਜਨ ਦੇਵ ਜੀ ਨੇ ਦੱਸੋ ਕਿਹੜਾ ਕਿਸੇ ਦੀ ਜ਼ਮੀਨ ਤੇ ਕਬਜ਼ਾ ਕੀਤਾ ਸੀ, ਕਿਹੜਾ ਕਿਸੇ ਤੋਂ ਕੁਝ ਖੋਇਆ ਸੀ। ਗੁਰਬਾਣੀ ਆਪ ਵੀ ਪੜ੍ਹਦੇ ਤੇ ਸੰਗਤਾਂ ਨੂੰ ਵੀ ਪੜ੍ਹਾਉਂਦੇ, ਜੀਵਾਂ ਦਾ ਭਲਾ ਕਰਦੇ ਤੇ ਫਿਰ ਉਹਨਾਂ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਸੀ। ਕਿਉਂ? ਕਿਉਂਕਿ ਕਲਯੁਗ ਇਹਨੇ ਨਾਮ ਜਪਣ ਵਾਲੇ ਨੂੰ ਸਤਾਉਣਾ ਹੀ ਸਤਾਉਣਾ ਹੈ ਜੀ। ਮਰਨ ਲਿਖਾਏ ਮੰਡਲ ਮਹਿ ਆਏ, ਇਹ ਮਰਨਾ ਜਿਹੜਾ ਇਹ ਅਸੀਂ ਲਿਖਵਾ ਕੇ ਆਏ ਆ। ਮੰਡਲ ਗੋਲ ਨੂੰ ਆਖਿਆ ਜਾਂਦਾ ਹੈ, ਧਰਤੀ ਗੋਲ ਹੈ, ਇਸ ਧਰਤੀ ਤੇ ਅਸੀਂ ਆਏ ਆ ਭਾਈ। ਤੇ ਆਉਣ ਤੋਂ ਪਹਿਲਾਂ ਆਪਣਾ ਜਿਹੜਾ ਮਰਨਾ ਹੈ ਨਾ, ਜਿਸ ਦਿਨ ਮੁੜ ਕੇ ਆਉਣਾ, ਉਹ ਲਿਖਵਾ ਕੇ ਆਏ ਹੋਏ ਹਾਂ ਜੀ। ਜਨਮ ਪਦਾਰਥ ਦੁਬਦਾ ਹੋਵੇ, ਇਹ ਜਨਮ ਪਦਾਰਥ ਸਾਨੂੰ ਮਿਲਿਆ ਨਾਮ ਜਪ ਕੇ ਸਿਮਰਨ ਕਰਕੇ ਅਸੀਂ ਅੰਦਰ ਦੀ ਜਿਹੜੀ ਦੋ ਚਿੱਤੀ ਹੈ ਉਹਦਾ ਨਾਸ ਕਰੀਏ। ਦੋ ਚਿੱਤੀ ਕਿਵੇਂ ਹੈ? ਇੱਕ ਚਿੱਤ ਗੁਰਦੁਆਰੇ ਹੁੰਦਾ, ਇੱਕ ਚਿੱਤ ਘਰੇ ਹੈ। ਇਹ ਦੋ ਚਿੱਤੀ ਬਣੀ ਹੋਈ ਹੈ, ਇਹ ਦੁਬਦਾ ਹੈ ਸਾਡੇ ਅੰਦਰ, ਇਹਨੂੰ ਦੂਰ ਕਰਨਾ ਕਰੀਏ ਜੀ। ਆਪਨ ਜੀਨਸ ਭ੍ਰਮ ਭ੍ਰਮ ਰੋਵੈ, ਜਿਹੜਾ ਪ੍ਰਾਣੀ ਆਪ ਨੂੰ ਨਹੀਂ ਪੜਦਾ, ਜਿਹੜਾ ਪ੍ਰਾਣੀ ਆਪਣੇ ਅੰਦਰ ਨੂੰ ਨਹੀਂ ਸਮਝਦਾ, ਉਹਦਾ ਜਿਹੜਾ ਨਾ ਉਹ ਰੋਣਾ ਹੀ ਰੋਣਾ ਬਣਿਆ, ਉਹਨੂੰ ਰੋਣਾ ਹੀ ਪਏਗਾ, ਹਰ ਜਨਮ ਦੇ ਵਿੱਚ ਰੋਂਦਾ ਰਹੇਗਾ। ਆਪ ਨਾ ਚੀਨਸ, ਜਿਹੜਾ ਆਪ ਨੂੰ ਨਹੀਂ ਚੀਨਸਦਾ, ਭਾਵ ਆਪ ਨੂੰ ਨਹੀਂ ਖੋਜਦਾ, ਆਪ ਨੂੰ ਅੰਦਰੋਂ ਨਹੀਂ ਪੜਦਾ, ਨਹੀਂ ਸਮਝਦਾ, ਉਹ ਭਰਮ ਭ੍ਰਮ ਭ੍ਰਮ ਰੋਵੇ। ਉਹ ਭਾਈ ਜੂਨਾਂ ਦੇ ਵਿੱਚ ਭਰਮਣ ਕਰਦਾ ਕਰਦਾ ਇਸ ਤਰ੍ਹਾਂ ਜੀਵਨ ਜਿਹੜਾ ਸਾਰੇ ਰੋਂਦਾ ਰਹਿੰਦਾ ਹੈ ਜੀ। ਕਹਿਤੋ ਪੜਤੋ ਸੁਣਤੋ ਏਕ, ਧੰਨ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਫਿਰ ਜੀਵਨ ਦੇ ਵਿੱਚ ਸੁੱਖ ਕਿਵੇਂ ਹੋਵੇ ਤੇ ਸਾਡੀ ਸੁਣੀ ਹੋਈ ਕਥਾ ਜਿਹੜੀ ਉਹ ਕਿਵੇਂ ਸਫਲੀ ਹੋਵੇ। ਵੇਖੋ ਆਪਾਂ ਬਾਣੀ ਸੁਣਦੇ ਆ, ਬਾਣੀ ਪੜ੍ਹਦੇ ਆ, ਇਹ ਸਫਲੀ ਕਿਵੇਂ ਹੋਵੇ? ਕਹਿਤੋ ਪੜਤੋ ਸੁਣਤੋ, 3 ਜਾਣੇ ਆਪਾਂ, ਇੱਕ ਪੜ੍ਹਦਾ ਹੈ ਤੇ ਇੱਕ ਉਹਦੇ ਅਰਥ ਕਰਕੇ ਕੁਝ ਕਹਿ ਰਿਹਾ ਹੈ ਤੇ ਇੱਕ ਸੁਣ ਰਿਹਾ ਹੈ, ਭਾਵ ਸੰਗਤ ਸੁਣ ਰਹੀ ਹੈ, ਮੈਂ ਕਥਾ ਕਰ ਰਿਹਾ ਤੇ ਭਾਈ ਸਾਹਿਬ ਜੀ ਪੜ੍ਹ ਰਹੇ ਨੇ ਏਕ। ਇਹ ਤਿੰਨੇ ਜਾਣੇ ਜਦੋਂ ਇੱਕ ਵਿਚਾਰ ਵਾਲੇ ਹੋ ਜਾਣ ਉਦੋਂ ਇਹਦਾ ਨਾਮ ਸਤ ਸੰਗ ਹੈ ਤੇ ਇਹ ਸੁਣੀ ਹੋਈ ਕਥਾ ਜਿਹੜੀ ਫਿਰ ਇਹ ਸਫਲੀ ਹੁੰਦੀ ਹੈ। ਭਾਈ ਸਾਹਿਬ ਜੀ ਨੇ ਪੜ੍ਹਿਆ ਹੈ ਤੇ ਮੈਂ ਉਹਦੇ ਅਰਥ ਕਰ ਦਿੱਤੇ ਨੇ, ਇਹਨੂੰ ਬੜੀਆਂ ਮਰਚਾਂ ਲੱਗੀਆਂ ਨੇ। ਫਿਰ ਅਸੀਂ ਇੱਕ ਨਹੀਂ ਇੱਥੇ ਆਏ ਕਾਹਦੇ ਵਾਸਤੇ ਆ? ਆਏ ਇਸ ਵਾਸਤੇ ਆ ਬਈ ਅਸੀਂ ਇੱਥੋਂ ਖੁਸ਼ੀਆਂ ਪ੍ਰਾਪਤ ਕਰਕੇ ਜਾਣੀਆਂ ਨੇ, ਇੱਥੋਂ ਆਨੰਦ ਲੈ ਕੇ ਜਾਣਾ ਹੈ। ਤੇ ਲੈ ਕੇ ਕੀ ਗਏ ਆ? ਰੋਸੇ ਲੈ ਕੇ ਗਏ ਆ ਘਰੇ। ਫਿਰ ਇੱਕ ਤਾਂ ਨਹੀਂ ਨਾ ਹੋਈ। ਮੈਂ ਇੱਕ ਵਾਰੀ ਫਿਰ ਆਪ ਜੀ ਨੂੰ ਪੜ੍ਹ ਕੇ ਸੁਣਾ ਦਿਆਂ। ਕਹਿ ਤੋ ਕਹਿਣ ਵਾਲਿਆਂ 'ਚ ਮੈਂ ਆ ਜਾਨਾ, ਪੜ੍ਹ ਤੋ ਪੜ੍ਹਨ ਵਾਲਿਆਂ ਦੇ ਵਿੱਚ ਭਾਈ ਸਾਹਿਬ ਜੀ ਆ ਜਾਂਦੇ ਨੇ, ਸੁਣ ਤੋ ਤੇ ਸੁਣਨ ਵਾਲਿਆਂ ਦੇ ਵਿੱਚ ਤੁਸੀਂ ਸਾਰੇ ਆ ਜਾਂਦੇ ਹੋ। ਹੁਣ ਜੋ ਗੁਰਬਾਣੀ ਨੇ ਆਖਿਆ ਹੈ ਉਹ ਭਾਈ ਸਾਹਿਬ ਜੀ ਨੇ ਪੜ੍ਹਿਆ ਹੈ। ਜਦੋਂ ਭਾਈ ਸਾਹਿਬ ਜੀ ਨੇ ਪੜ੍ਹਿਆ, ਅਰਥ ਹੋਏ ਨੇ ਤੇ ਕੁਦਰਤੀ ਉਸ ਤਰ੍ਹਾਂ ਦੇ ਸਾਡੇ ਅੰਦਰ ਔਗਣ ਨੇ। ਉਹ ਜਿਹੜੇ ਔਗਣ ਨੇ ਸਾਡੇ ਅੰਦਰ, ਜਦੋਂ ਗੁਰੂ ਮਹਾਰਾਜ ਜੀ ਨੇ ਦੱਸੇ ਨੇ, ਮੈਂ ਤਾਂ ਦੱਸਿਆ ਹੀ ਨਹੀਂ, ਮੈਂ ਤਾਂ ਇੱਕ ਜਰੀਆ, ਇੱਕ ਸਾਧਨ। ਜਿਵੇਂ ਕੜਛੀ ਹੁੰਦੀ ਏ, ਕੜਛੀ ਵਿਚਾਰੀ ਕਾਹਦੇ ਜੋਗੀ ਹੈ? ਜੇ ਪਤੀਲੇ 'ਚ ਸਬਜ਼ੀ ਨਾ ਹੋਵੇ ਤਾਂ ਪਤੀਲੇ 'ਚ ਸਬਜ਼ੀ ਹੋਵੇਗੀ ਤੇ ਕੜਛੀ ਵਰਤਾਉਣ ਵਾਲੀ ਹੈ, ਉਹਨੇ ਅੱਗੇ ਤੋਂ ਅੱਗੇ ਪਾਈ ਜਾਣਾ ਹੈ। ਤੇ ਉਹਦੀਆਂ ਫਿਰ ਸਾਨੂੰ ਬੜੀਆਂ ਮਰਚਾਂ ਲੱਗੀਆਂ ਨੇ, ਅਸੀਂ ਬੜੇ ਦੁਖੀ ਹੋ ਗਏ ਆ। ਤੇ ਲੈਣ ਕੀ ਇੱਥੋਂ ਆਏ ਸੀ? ਆਨੰਦ ਲੈਣ ਆਏ ਸੀ, ਸਕੂਨ ਲੈਣ ਆਏ ਸੀ, ਸ਼ਾਂਤੀ ਲੈਣ ਆਏ ਸੀ। ਤੇ ਲੈ ਕੇ ਕੀ ਗਏ ਆ? ਰੋਸਾ, ਲੜਾਈ, ਦੁਬਦਾ, ਝਗੜੇ, ਵੈਰ, ਈਰਖਾ, ਦੁਵੈਸ। ਇਸ ਕਰਕੇ ਅਸੀਂ ਇੱਕ ਨਹੀਂ ਹੋਏ। ਜਦੋਂ ਤੱਕ ਇੱਕ ਨਹੀਂ ਹੋਏ ਤੇ ਆਪਾਂ ਸਫਲ ਵੀ ਨਹੀਂ ਹੋਏ। ਕਹਿ ਤੋ ਪੜ੍ਹ ਤੋ ਸੁਣ ਤੋ ਏਕ,
ਹੁਣ ਇਹਨੂੰ ਇਸ ਤਰ੍ਹਾਂ ਵੀ ਸਮਝ ਲਓ, ਏਕ ਅਕਾਲ ਪੁਰਖ ਵਾਹਿਗੁਰੂ ਹੈ ਤੇ ਪੜਨ ਵਾਲਾ, ਸੁਣਨ ਵਾਲਾ ਤੇ ਕਹਿਣ ਵਾਲਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜ ਕੇ ਉਸ ਦੀ ਗੱਲ ਜਿਹੜੀ ਹੈ, ਉਸ ਦਾ ਜਿਹੜਾ ਗਿਆਨ ਹੈ ਉਹ ਕਰਨਾ ਕਰੇ ਤੇ ਫਿਰ ਭਾਈ ਪੜਿਆ ਸੁਣਿਆ ਤੇ ਕਿਹਾ ਜਿਹੜਾ ਇਹ ਪ੍ਰਵਾਨ ਹੁੰਦਾ, ਸਫਲ ਹੁੰਦਾ ਹੈ ਜੀ। ਧੀਰਜ ਧਰਮ ਧਰਣੀ ਅਰਣੇਕ। ਧੀਰਜ ਜਿਹੜਾ ਇਹ ਮਨੁੱਖ ਦਾ ਗਹਿਣਾ ਹੈ, ਜਿੰਦੇ ਅੰਦਰ ਧੀਰਜ ਉਹ ਕਾਲਾ ਨਹੀਂ ਪੈਂਦਾ, ਜਿੰਦੇ ਅੰਦਰ ਧੀਰਜ ਉਹਨੂੰ ਗੁੱਸਾ ਨਹੀਂ ਆਉਂਦਾ। ਇੱਥੇ ਇੱਕ ਨਿੱਕਾ ਜਿਹਾ ਨੁਕਤਾ ਵੀ ਆ ਗਿਆ ਮੇਰੇ ਯਾਦ, ਉਹ ਵੀ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕਰਦੇ ਆ। ਇੱਕ ਬਜ਼ੁਰਗ ਸੀ ਤੇ ਉਹ ਬਜ਼ੁਰਗ ਦੀ ਉਮਰ ਹੋ ਗਈ ਸੀ ਤਕਰੀਬਨ 70 ਕੁ ਸਾਲ ਦੀ, ਤੇ ਉਹ ਆਖਿਆ ਕਰੇ ਵਾਹ ਓਏ ਗੁਜ਼ਾਰਿਆ, ਜਦੋਂ ਖੁਸ਼ ਹੋਇਆ ਕਰੇ ਨਾ ਆਖਿਆ ਕਰੇ ਵਾਹ ਓਏ ਗੁਜ਼ਾਰਿਆ। ਤੇ ਉਹਦੀ ਪੋਤ ਨੂੰ ਜਿਹੜੀ ਸੀ ਨਾ, ਹੋਰ ਤਾਂ ਕਿਸੇ ਨੇ ਨਾ ਆਖਿਆ, ਜਿਹੜਾ ਘਰ ਦੇ ਵਿੱਚ ਸਾਰਿਆਂ ਤੋਂ ਵੱਡਾ ਹੋਵੇ ਤੇ ਸਾਰਿਆਂ ਤੋਂ ਛੋਟਾ ਹੋਵੇ, ਇਹਨਾਂ ਦੀ ਜੋੜੀ ਕੁਦਰਤੀ ਬਣ ਜਾਂਦੀ, ਦਾਦੇ ਤੇ ਪੋਤੇ ਦੀ ਬੜੀ ਲਿਹਾਜ਼ ਬਣ ਜਾਂਦੀ। ਜਿਹੜਾ ਵਿੱਚ ਵਿਚਾਲੇ ਵਾਲਾ ਹੁੰਦਾ ਨਾ ਉਹਦੇ ਨਾਲ ਨਹੀਂ ਬਣਦੀ, ਜਾਂ ਤਾਂ ਬਰਾਬਰ ਦੇ ਨਾਲ ਬਣਦੀ ਏ ਜਾਂ ਫਿਰ ਬਹੁਤ ਛੋਟਾ ਤੇ ਬਹੁਤ ਵੱਡਾ ਹੋਵੇ, ਇਹਨਾਂ ਦਾ ਆਪਸ ਵਿੱਚ ਪਿਆਰ ਪੈ ਜਾਂਦਾ। ਜਿਵੇਂ ਕ੍ਰਿਸ਼ਨ ਜੀ ਤੇ ਭਾਈ ਸੁਦਾਮਾ ਜੀ ਦਾ ਪੈ ਗਿਆ ਸੀ, ਭਗਤ ਸੁਦਾਮਾ ਜੀ ਦਾ ਪੈ ਗਿਆ ਸੀ। ਹੁਣ ਇਹ ਪੋਤ ਨੂੰ ਇਹ ਕਹਿੰਦੀ ਬਾਪੂ ਜੀ ਤੁਸੀਂ ਜਦੋਂ ਖੁਸ਼ ਹੁੰਦੇ ਹੋ ਨਾ ਉਦੋਂ ਆਹ ਗੱਲ ਬੜੀ ਆਖਦੇ ਆ, ਵਾਹ ਓਏ ਗੁਜ਼ਾਰਿਆ। ਉਹ ਕਹਿੰਦਾ ਪੁੱਤ ਸੁਣ ਲਾ ਫਿਰ ਤੈਨੂੰ ਮੈਂ ਸੁਣਾ ਦਿੰਦਾ। ਕਹਿੰਦੇ ਸੁਣਾ ਦਿਓ ਬਾਪੂ ਜੀ। ਬਹਿ ਗਈ ਕੋਲ। ਬਾਪੂ ਜੀ ਕਹਿੰਦਾ ਤੇਰੀ ਜਿਹੜੀ ਦਾਦੀ ਸੱਸ ਹੈ ਨਾ ਇਹ ਮੇਰੇ ਤੋਂ ਜ਼ਿਆਦਾ ਸੋਹਣੀ ਸੀ ਤੇ ਮੇਰਾ ਰੰਗ ਵੀ ਕਾਲਾ ਸੀ ਤੇ ਨੈਣ ਨਕਸ਼ ਵੀ ਪੁੱਤਰ ਤੂੰ ਵੇਖਦੀ ਹੈ, ਨੱਕ ਮੋਟਾ ਜਿਹਾ ਤੇ ਸ਼ਕਲ ਹੋਰ ਤਰ੍ਹਾਂ ਦੀ ਹੈ, ਤੇ ਮੇਰਾ ਇਹਦੇ ਨਾਲ ਵਿਆਹ ਹੋ ਗਿਆ ਕਿਉਂਕਿ ਉਸ ਟਾਈਮ ਵੇਖਾ ਵਿਖਾਈਆਂ ਨਹੀਂ ਸਨ। ਜਦੋਂ ਵਿਆਹ ਹੋ ਗਿਆ ਤੇ ਮੈਂ ਇਹਨੂੰ ਲੈ ਕੇ ਆ ਰਿਹਾ ਸੀ, ਰਸਤੇ ਵਿੱਚ ਕਹਿੰਦੀ ਪਾਣੀ ਪੀਣਾ। ਮੈਂ ਕਿਹਾ ਚਲੋ ਪਾਣੀ ਪਿਆ ਦਿੰਦੇ ਆ, ਭਾਈ ਖੂਹ ਹੈ ਹੁਣ ਪਾਣੀ ਤਾਂ ਹੈਗਾ ਪਰ ਹੁਣ ਕੱਢੀਏ ਕਰ ਦੇਣ। ਕਹਿੰਦੀ ਪੱਗ ਖੋਲ ਲਾ। ਪੱਗ ਖੋਲ ਲਈ, ਜਿਹੜਾ ਬਰਤਨ ਸੀ ਪਾਣੀ ਚ ਲਮਕਾਇਆ ਨਾ ਪਹੁੰਚਿਆ ਤੇ ਆਪਦੀ ਚੁੰਨੀ ਲਾ ਕੇ ਦੇ ਦਿੱਤੀ। ਕਹਿੰਦੀ ਆ ਬੰਨ ਲਾ ਨਾਲ ਮੇਰੀ ਚੁੰਨੀ। ਚੁੰਨੀ ਬਣਾ ਦਿੱਤੀ, ਹੁਣ ਫਿਰ ਵੀ ਨਹੀਂ ਪਹੁੰਚਿਆ। ਕਹਿੰਦਾ ਥੋੜੀ ਜੀ ਕਸਰ ਹੈ। ਕਹਿੰਦੀ ਫਿਰ ਐ ਕਰ ਗੋਡੀਆਂ ਲਾ ਲਾ। ਹੁਣ ਜਦੋਂ ਖੂਹ ਦੇ ਵਿੱਚ ਲਮਕਿਆ ਨਾ ਥੱਲੇ ਨੂੰ ਤੇ ਇਹਨੇ ਮਗਰੋਂ ਧੱਕਾ ਮਾਰਦਾ ਹੈ ਤੇ ਮੁੱਧਰੇ ਮੂੰਹ ਖੂਹ ਚ ਡਿੱਗ ਪਿਆ। ਕਹਿੰਦਾ ਮੈਂ ਬਜ਼ੁਰਗ ਦੱਸਦਾ ਵੀ ਮੇਰੇ ਨਾਲ ਇਸ ਤਰ੍ਹਾਂ ਹੀ ਮੈਂ ਖੂਹ ਚ ਡਿੱਗ ਪਿਆ। ਤੇ ਇਹ ਭਾਈ ਆ ਗਈ ਪੇਕੀ। ਪੇਕੀ ਆਣ ਕੇ ਤੇ ਚਲੋ ਜੋ ਉਹਨੇ ਆਖਣਾ ਸੀ ਆਖਦਾ। ਕਹਿੰਦੀ ਪਤਾ ਨਹੀਂ ਮੈਨੂੰ ਤਾਂ ਰਾਹ 'ਚ ਛੱਡ ਕੇ ਕਿੱਧਰ ਭੱਜ ਗਏ। ਜਦੋਂ ਵਸਣਾ ਹੀ ਨਹੀਂ ਸੀ ਪੇਕੀ ਆ ਗਈ ਤੇ ਉੱਥੇ ਫਿਰ ਥੋੜੇ ਚਿਰ ਬਾਅਦ ਨਾ ਕੋਈ ਬੱਕਰੀਆਂ ਭੇਡਾਂ ਚਾਰਨ ਵਾਲੇ ਜਾਂ ਰਾਹਗੀਰ ਆ ਗਏ ਨੇ ਤੇ ਇਹ ਵਿਚਾਰਾ ਛਪਕਲ ਪਾਣੀ ਦੇ ਵਿੱਚ ਕਰੀ ਜਾਂਦਾ ਸੀ। ਉਹਨਾਂ ਨੇ ਆਣ ਕੇ ਬਾਹਰ ਕੱਢਿਆ। ਜਦੋਂ ਬਾਹਰ ਕੱਢਿਆ ਇਹਨੇ ਕੱਪੜੇ ਸੁਕਾਏ ਤੇ ਸ਼ਾਮ ਨੂੰ ਇਹ ਵੀ ਸਹੁਰਿਆਂ ਦੇ ਘਰੇ ਜਾ ਵੜਿਆ। ਹੁਣ ਉਹ ਥਰ-ਥਰ ਕੰਬੀ ਜਾਵੇ ਵੀ ਇਹ ਕਿਤੇ ਮੇਰੇ ਮਾਤਾ ਪਿਤਾ ਨੂੰ ਦੱਸ ਦੇਗਾ ਤੇ ਮੇਰੇ ਤਾਂ ਬੜੀਆਂ ਪੈਣਗੀਆਂ। ਕਹਿੰਦਾ ਮੈਂ ਗੁਜ਼ਾਰਾ ਕਰ ਗਿਆ ਵੀ ਕੋਈ ਗੱਲ ਨਹੀਂ, ਇਹਨੇ ਜੋ ਕਰਨਾ ਸੀ ਕਰ ਦਿੱਤਾ ਤੇ ਹੁਣ ਮੈਂ ਇਹਦੇ ਵਾਲੀ ਨਾ ਕਰਾਂ। ਦੂਜਾ ਦਿਨ ਚੜਿਆ ਤੇ ਮੈਂ ਫਿਰ ਆਪਣੇ ਸਹੁਰਾ ਜੀ ਨੂੰ ਆਖਿਆ ਮੈਂ ਜੀ ਅਸੀਂ ਜਾਣਾ। ਉਹ ਕਹਿੰਦੇ ਪੁੱਤ ਜਾਓ, ਕੱਲ ਕਿਉਂ ਮੋੜ ਆਏ ਸੀ? ਮੈਂ ਕਿਹਾ ਚਲੋ ਕੋਈ ਨਹੀਂ ਉਹ ਤਾਂ ਛੱਡੋ, ਹੁਣ ਮੈਂ ਜਾਣਾ। ਦੂਜੇ ਦਿਨ ਮੈਂ ਫਿਰ ਇਹਨੂੰ ਲੈ ਕੇ ਤੁਰ ਪਿਆ। ਉਸੇ ਖੂਹ ਤੇ ਫਿਰ ਆ ਗਏ। ਉਸੇ ਖੂਹ ਤੇ ਜਦੋਂ ਆ ਗਏ ਨਾ ਤੇ ਇਹ ਮੇਰੇ ਪੈਰਾਂ ਦੇ ਵਿੱਚ ਡਿੱਗ ਪਈ। ਉਸ ਖੂਹ ਤੇ ਆਣ ਕੇ ਮੇਰੇ ਪੈਰਾਂ ਦੇ ਵਿੱਚ ਡਿੱਗ ਪਈ। ਕਹਿੰਦੀ ਜੀ ਮੇਰੇ ਤੋਂ ਬੜੀ ਗਲਤੀ ਹੋ ਗਈ ਤੇ ਤੁਸੀਂ ਮੇਰੀ ਸ਼ਿਕਾਇਤ ਜਿਹੜੀ ਉਹ ਪੰਚਾਇਤ ਨੂੰ, ਮੈਨੂੰ ਤਾਂ ਡਰ ਸੀ ਤੁਸੀਂ ਪੰਚਾਇਤ ਇਕੱਠੀ ਕਰੋਗੇ, 4 ਜੀ ਨਾਲ ਹੋਣਗੇ ਤੇ ਬੜਾ ਸਿਆਪਾ ਪੈਗਾ, ਤੁਸੀਂ ਚੁੱਪ ਕਿਉਂ ਕਰ ਗਏ? ਕਹਿੰਦੇ ਚੱਲ ਕੋਈ ਨਹੀਂ, ਪਤੀ ਪਤਨੀ ਦਾ ਰੌਲਾ ਆਪਣਾ ਨਿਬੜ ਗਿਆ। ਕਹਿੰਦੇ ਵੇਖ ਲਾ ਮੈਂ ਗੁਜ਼ਾਰਾ ਕਰ ਗਿਆ, ਇੱਕ ਗੱਲ ਨੂੰ ਜਰ ਗਿਆ, ਗੁਜ਼ਾਰਾ ਕਰ ਗਿਆ ਤੇ ਅੱਜ ਵੇਖ ਮੈਂ ਪੋਤ ਨੂੰ ਜਿਹੜੀ ਹੈ ਨਾ ਉਹਦੇ ਵਾਲਾ ਵੀ ਹੋ ਗਿਆ। ਜੇ ਉਸ ਦਿਨ ਗੁਜ਼ਾਰਾ ਨਾ ਕਰਦਾ ਸਿਆਪਾ ਸਾਡਾ ਪੈ ਜਾਣਾ ਕਿਤੇ ਮੇਰਾ ਮੁੜ ਕੇ ਵਿਆਹ ਕੋ ਨਹੀਂ ਸੀ ਹੋਣਾ। ਇਹਨੂੰ ਕਹਿੰਦੇ ਨੇ ਧੀਰਜ। ਗੁਜ਼ਾਰਾ ਕਹਿ ਲੋ, ਧੀਰਜ ਕਹਿ ਲੋ। ਜਿਹੜਾ ਬੰਦਾ ਜਰ ਗਿਆ, ਜਿਹੜਾ ਧੀਰਜ ਕਰ ਗਿਆ ਨਾ, ਪਰਮਾਤਮਾ ਉਹਦੇ ਤੇ ਖੁਸ਼ ਹੋ ਜਾਂਦਾ, ਉਹਨੂੰ ਪੋਤ ਨੂੰ ਵਾਲਾ ਵੀ ਕਰ ਦਿੰਦਾ ਹੈ। ਉਹਦੇ ਪੋਤ, ਗੁਰਬਾਣੀ ਦੇ ਅੰਦਰ ਸ਼ਬਦ ਹੁੰਦਾ ਪੋਤ। ਪੋਤ ਦਾ ਅਰਥ ਹੁੰਦਾ ਖਜ਼ਾਨਾ। ਇਹ ਅਸੀਂ ਖਜ਼ਾਨੇ ਤੱਕ ਪਹੁੰਚ ਗਏ, ਸਾਡਾ ਖਜ਼ਾਨਾ ਮਿਲ ਗਿਆ। ਹੁਣ ਗੁਰੂ ਮਹਾਰਾਜ ਇੱਥੇ ਕੀ ਸਾਨੂੰ ਦੱਸਦੇ ਨੇ? ਧੀਰਜ ਧਰਮ। ਧਰਮ ਤਾਂ ਰਹੇਗਾ ਜੇ ਧੀਰਜ ਹੈਗਾ ਤਾਂ। ਧਰਮ ਤਾਂ ਰਹੇਗਾ ਜੇ ਧੀਰਜ ਹੈਗਾ ਤਾਂ। ਜੇ ਧੀਰਜ ਨਹੀਂ, ਮਾੜੀ ਮਾੜੀ ਗੱਲ ਤੇ ਕੁੱਤਿਆਂ ਨੂੰ ਇੱਕ ਦੂਜੇ ਨੂੰ ਵੱਢੀ ਕੋਈ ਕਰ ਰਹੀ ਹੈ ਨਾ ਤੇ ਫਿਰ ਧਰਮ ਕਿਵੇਂ ਰਹੇਗਾ? ਧਰਮ ਨਹੀਂ ਰਹੇਗਾ। ਧੀਰਜ ਧਰਮ
ਧਰਨੀ ਧਰ ਟੇਕ। ਵੇਖੋ ਰੱਬ ਨੇ ਨਾ ਧਰਤੀ ਨੂੰ ਧਾਰਨ ਕੀਤਾ ਹੋਇਆ। ਧਰਨੀ ਧਰ, ਧਰ ਕਹਿੰਦੇ ਨੇ ਧਰਤੀ ਨੂੰ ਤੇ ਧਰਨੀ ਕਹਿੰਦੇ ਨੇ ਧਾਰਨ ਕੀਤਾ ਹੈ। ਉਸ ਪਰਮਾਤਮਾ ਨੇ ਧਰਤੀ ਨੂੰ ਧਾਰਨ ਕੀਤਾ ਹੈ ਤੇ ਧਰਤੀ ਹੈ ਜਿਹੜੀ ਇਹਨੇ ਆਪਣਾ ਧਰਮ ਬਣਾਇਆ ਤੇ ਧੀਰਜ ਦੇ ਨਾਲ ਉਸ ਪ੍ਰਭੂ ਪਰਮਾਤਮਾ ਦੀ ਆਗਿਆਕਾਰ ਬਣ ਕੇ ਤੇ ਸਾਰਿਆਂ ਨੂੰ ਆਪਾਂ ਨੂੰ ਸੰਭਾਲੀ ਬੈਠੀ ਹੈ। ਧੀਰਜ ਧਰਮ, ਇਸ ਕਰਕੇ ਗੁਰਮੁਖ ਪਿਆਰਿਓ ਧੀਰਜ ਰੱਖਿਆ ਕਰੋ, ਕਾਹਲੇ ਨਾ ਪਿਆ ਕਰੋ। ਧੀਰਜ ਧਰਮ, ਧਰਨੀ ਧਰ ਏਕ ਟੇਕ। ਧੀਰਜ ਦੇ ਨਾਲ ਹੀ ਧਰਮ ਹੈ ਤੇ ਧਰਤੀ ਦਾ ਧਰਮ ਹੈ। ਉਸ ਪਰਮਾਤਮਾ ਨੇ ਇਹਨੂੰ ਧਾਰਨ ਕੀਤਾ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਧਾਰਨ ਕਰੀ ਬੈਠੀ ਹੈ ਜੀ। ਜਗ ਸਤ ਸੰਜਮ ਹਿਰਦੈ ਸਮਾਏ। ਜਿਹਦੇ ਅੰਦਰ ਧੀਰਜ ਹੈ ਉਸੇ ਦਾ ਜਾਤੇ, ਉਸੇ ਦਾ ਸਾਤੇ ਤੇ ਉਹ ਵੀ ਸੰਜਮ ਦੇ ਵਿੱਚ ਰਹਿ ਸਕਦਾ। ਹਿਰਦੇ ਸਮਾਏ, ਉਹ ਪਰਮਾਤਮਾ ਵਾਹਿਗੁਰੂ ਜਦੋਂ ਹਿਰਦੇ ਵਿੱਚ ਸਮਾ ਜਾਂਦਾ ਨਾ, ਫਿਰ ਮਨੁੱਖ ਦਾ ਜਤ ਵੀ ਕਾਇਮ, ਸਤ ਵੀ ਕਾਇਮ ਤੇ ਸੰਜਮ ਜਿਹੜੀ ਮਰਿਆਦਾ ਉਹ ਵੀ ਕਾਇਮ ਰਹਿੰਦੀ ਹੈ ਜੀ। ਚੌਥੇ ਪਦ ਕੋ ਜੇ ਮਨ ਪਤਿਆਏ। ਜੇ ਮਨ ਨਾ ਜਿਹੜਾ ਇਹ ਕਰਦਾ ਵੀ ਮੈਂ ਚੌਥੀ ਪਦਵੀ ਪਾ ਲਵਾਂ। ਤਿੰਨ ਪਦਵੀਆਂ ਨੇ। ਪਹਿਲੀ ਪਦਵੀ ਹੈ ਜਿਹੜੀ ਰਜੋਗੁਣ, ਵਾਹਿਗੁਰੂ ਜੀ ਪਹਿਲੀ ਪਦਵੀ ਤਮੋ ਗੁਣ ਹੈ। ਪਹਿਲੀ ਪਦਵੀ ਤਮੋ ਗੁਣੇ। ਤਮੋ ਗੁਣ ਜਿਹੜਾ ਇਹਦੇ ਚ ਮਨੁੱਖ ਤਾਮਸੀ ਹੁੰਦਾ ਹੈ। ਇਹਦੀ ਤਮਾ ਨਹੀਂ ਭਰਦੀ, ਨਾ ਕਾਮ ਨਾਲ, ਨਾ ਕ੍ਰੋਧ ਨਾਲ, ਨਾ ਲੋਭ ਨਾਲ, ਕਿਸੇ ਵੀ ਕਰਕੇ ਇਹਦੀ ਤਮਾ, ਇਹਦੀ ਨੀਤ ਨਹੀਂ ਭਰੇਗੀ। ਇਹਦੇ ਅੰਦਰ ਹੋਰ ਦੀ ਜਿਹੜੀ ਲਾਲਸਾ ਨੇ ਇਹਨੂੰ ਤਾਮਸੀ ਆਖਿਆ ਜਾਂਦਾ ਹੈ। ਮਨੁੱਖ ਤਾਮਸੀ ਹੈ ਤੇ ਤਾਮਸੀ ਮਨੁੱਖ ਜਿਹੜਾ ਇਹ ਸਭ ਤੋਂ ਜ਼ਿਆਦਾ ਕ੍ਰੋਧੀ ਹੁੰਦਾ, ਜਿਹਨੂੰ ਸਭ ਤੋਂ ਜ਼ਿਆਦਾ ਗੁੱਸਾ ਹੁੰਦਾ, ਜਿਹਨੂੰ ਸਭ ਤੋਂ ਜ਼ਿਆਦਾ ਕ੍ਰੋਧ ਹੁੰਦਾ, ਇਹਦੇ ਚ ਤਮੋ ਗੁਣ ਦੀ ਦਿਖਦਾ ਹੈ। ਪਹਿਲੀ ਪਦਵੀ ਹੈ। ਦੂਜੀ ਪਦਵੀ ਹੈ ਰਜੋਗੁਣ। ਇਹ ਰਜਿਆ ਤਾਂ ਹੈਗਾ ਹੈ ਪਰ ਪਰਮਾਤਮਾ ਦੇ ਨਾਲ ਜੁੜ ਕੇ ਇਹਨੇ ਉਹ ਸਤ ਸਰੂਪ ਨੂੰ ਪ੍ਰਾਪਤ ਨਹੀਂ ਕੀਤਾ। ਤੇ ਤੀਸਰੀ ਪਦਵੀ ਹੈ ਸਤੋਗੁਣ। ਇਹ ਸਤੋਗੁਣੀ ਤਾਂ ਹੈਗਾ, ਸਤਵਾਦੀ ਤਾਂ ਹੈਗਾ ਹੈ ਪਰ ਜਿਹੜੀ ਸਾਂਝੀ ਵਾਲਤਾ ਉਹ ਇਹਦੇ ਅੰਦਰ ਨਹੀਂ ਹੈਗੀ। ਸਤਵਾਦੀ ਤਾਂ ਹੈਗਾ, ਇੱਕ ਪੱਖੀ ਹੈ, ਸਤਵਾਦੀ ਹੈ, ਸਤ ਨੂੰ ਧਾਰਨ ਕੀਤਾ, ਸਤ ਦੇ ਨਾਲ ਜੁੜਿਆ। ਜਿਹੜਾ ਇਹਨਾਂ ਤਿੰਨਾਂ ਤੋਂ ਅੱਗੇ ਟੱਪ ਜੋ ਪ੍ਰਭੂ ਪਰਮਾਤਮਾ ਦਾ ਰੂਪ ਹੋ ਜੇ ਨਾ, ਉਹਨੂੰ ਫਿਰ ਕਹਿੰਦੇ ਨੇ ਤੁਰੀ ਅਵਸਥਾ। ਉਹ ਤੁਰੀ ਅਵਸਥਾ। ਚੌਥੇ ਪਦ ਕੋ ਜੇ ਮਨ ਪਤਿਆਏ। ਤੇ ਚੌਥਾ ਪਦ ਹੈ ਨਾ ਜਿਹੜਾ, ਚੌਥੀ ਪਦਵੀ ਹੈ, ਜੇ ਮਨ ਇਹਦੇ ਵਿੱਚ ਆਣ ਕੇ ਉਸ ਪ੍ਰਭੂ ਪਰਮਾਤਮਾ ਦੇ ਸੱਚੇ ਸਤਿਗੁਰ ਦੀ ਕਿਰਪਾ ਨਾਲ ਪਤੀਜ ਜਾਵੇ ਜੀ। ਸਾਚੇ ਨਿਰਮਲ ਮੈਲ ਨਾ ਲਾਗੈ। ਜਿਹੜਾ ਸੱਚਾ ਤੇ ਪਵਿੱਤਰ ਹੈ ਉਹ ਕਦੇ ਮੈਲਾ ਨਹੀਂ ਹੁੰਦਾ। ਸਾਚੇ ਨਿਰਮਲ, ਜਿਹੜਾ ਸੱਚਾ ਤੇ ਪਵਿੱਤਰ ਹੈ ਨਾ, ਮੈਲ ਨਾ ਲਾਗੇ, ਉਹਨੂੰ ਕਦੀ ਮੈਲ ਨਹੀਂ ਲੱਗਦੀ ਹੈ ਜੀ। ਗੁਰ ਕੈ ਸ਼ਬਦ ਭਰਮ ਭਉ ਭਾਗੈ। ਗੁਰੂ ਦੀ ਕਿਰਪਾ ਰਹਿਮਤ ਦੇ ਨਾਲ, ਗੁਰੂ ਦੇ ਉਪਦੇਸ਼ ਦੇ ਨਾਲ, ਗੁਰੂ ਦੇ ਸ਼ਬਦ ਦੇ ਨਾਲ ਜਿਹੜੇ ਸਾਡੇ ਅੰਦਰ ਬਣੇ ਹੋਏ ਭਰਮ ਤੇ ਡਰ ਭਉ ਨੇ ਨਾ, ਇਹ ਦੂਰ ਹੋ ਜਾਂਦੇ ਹਨ। ਸੂਰਤ ਮੂਰਤ ਆਨ ਅਰੂਪ ਆਦ ਅਨੂਪ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸੂਰਤ ਮੂਰਤ ਆਦ ਅਨੂਪ, ਉਸੇ ਦੇ ਨਾਮ ਨੇ ਸਾਰੇ। ਉਹ ਸੁਰਤ ਵਾਲਾ ਹੈ, ਮੂਰਤ ਵਾਲਾ ਹੈ, ਆਦਿ ਹੈ ਤੇ ਬੜੀ ਵੱਡੀ ਉਸ ਦੀ ਉਪਮਾ ਵਡਿਆਈ ਹੈ ਜੀ। ਨਾਨਕ ਜਾਚੈ ਸੱਚ ਸਰੂਪ। ਇਹ ਮੇਰੇ ਸੱਚੇ ਸਤਿਗੁਰੂ, ਅਸੀਂ ਤੇਰੇ ਤੋਂ ਮੰਗਦੇ ਆ, ਤੇਰੇ ਸੱਚ ਸਰੂਪ ਦੀ ਸਾਨੂੰ ਲੋੜ ਹੈ। ਕਿਰਪਾ ਕਰ ਤੇਰੇ ਸੱਚ ਸਰੂਪ ਦੇ ਦਰਸ਼ਨ ਹੋ ਜਾਣ ਜੀ। ਤਨਾਸਰੀ ਮਹੱਲਾ ਪਹਿਲਾ। ਸਹਿਜ ਮਿਲਿਆ ਪਰਵਾਣ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਇਸ ਪਾਵਨ ਅਸ਼ਟਪਦੀ ਦੇ ਵਿੱਚ ਜਿਹੜਾ ਗਿਆਨ ਦੇ ਨਾਲ ਮਿਲਦਾ ਨਾ, ਉਹ ਮਿਲਿਆ ਹੋਇਆ ਵਾਹਿਗੁਰੂ ਨੂੰ ਪ੍ਰਵਾਨ ਹੁੰਦਾ ਹੈ ਜੀ। ਨਾ ਤਿਸ ਮਰਨ ਨਾ ਆਵਣ ਜਾਣ। ਜਿਹੜਾ ਗਿਆਨ ਦੇ ਨਾਲ ਭੇਦ ਹੋ ਗਿਆ, ਹੁੰਦਾ ਜੰਮਣਾ ਮਰਨਾ ਕੱਟਿਆ ਜਾਂਦਾ ਹੈ। ਠਾਕੁਰ ਮਹਿਦਾਸ ਦਾਸ ਮਹਿ ਸੋਏ। ਤੇ ਪਰਮਾਤਮਾ ਦੇ ਵਿੱਚ ਉਹ ਪ੍ਰਵੇਸ਼ ਕਰ ਜਾਂਦਾ ਤੇ ਪਰਮਾਤਮਾ ਉਹਦੇ ਵਿੱਚ ਪ੍ਰਵੇਸ਼ ਕਰਦਾ। ਜੋ ਜਲ ਮੇ ਜਲ ਆਏ ਖਟਾਨਾ ਤੋਂ ਜੋਤੀ ਸੰਗ ਜੋ ਸਮਾਨਾ, ਇਸ ਤਰ੍ਹਾਂ ਅਭੇਦ ਹੋ ਜਾਂਦੇ ਹਨ। ਜਨ ਦੇਖਾ ਤਹ ਅਵਰ ਨਾ ਕੋਏ। ਫਿਰ ਉਹ ਜਿੱਧਰ ਵੀ ਵੇਖਦਾ ਉਹਨੂੰ ਰੱਬ ਰੂਪ ਹੀ ਸਾਰੇ ਦਿਸਦੇ ਹਨ ਜੀ। ਗੁਰਮੁਖ ਭਗਤ ਸਹਿਜ ਕਰ ਪਾਈਐ। ਗੁਰਮੁਖ ਦੀ ਭਗਤੀ ਹੈ ਜਿਹੜੀ ਇਹ ਗਿਆਨ ਦੇ ਨਾਲ ਆਪਣੇ ਨਿਜ ਆਨੰਦ ਸੱਚਖੰਡ ਬੈਕੁੰਠ ਨੂੰ ਪ੍ਰਾਪਤ ਕਰ ਲੈਂਦਾ ਹੈ। ਬਿਨ ਗੁਰ ਭੇਟੇ ਮਰ ਆਈਐ ਜਾਈਐ। ਗੁਰੂ ਤੋਂ ਬਿਨਾਂ ਇਹ ਕਿਰਪਾ ਨਹੀਂ ਹੁੰਦੀ। ਬਿਨਾਂ ਗੁਰੂ ਦੀ ਪ੍ਰਾਪਤੀ ਤੋਂ ਜੰਮਣਾ ਮਰਨਾ ਜਿਹੜਾ ਤੇ ਆਉਣਾ ਜਾਣਾ ਬਣਿਆ ਰਹਿੰਦਾ ਹੈ ਜੀ। ਰਹਾਉ ਸੋ ਗੁਰ ਕਰੋ ਜੇ ਸੱਚ ਦ੍ਰਿੜਾਵੈ। ਗੁਰੂ ਜੀ ਰਹਿਮਤ ਕਰਦੇ ਨੇ, ਸਾਨੂੰ ਉਹ ਗੁਰੂ ਧਾਰਨ ਕਰਨਾ ਚਾਹੀਦਾ ਜਿਹੜਾ ਗੁਰੂ ਸੱਚੇ ਸਤਿਗੁਰ ਦੇ ਨਾਮ ਦੇ ਵਿੱਚ ਸਾਨੂੰ ਪੱਕਿਆ ਕਰੇ ਜੀ। ਅਕਥ ਕਥਾਵੈ ਸ਼ਬਦ ਮਿਲਾਵੈ। ਸਾਨੂੰ ਇਤਨੀ ਸੋਝੀ ਦੇ ਦੇਵੇ, ਨਾ ਕਥੇ ਜਾਣ ਵਾਲੇ ਪਰਮਾਤਮਾ ਦੀ ਕਥਾ ਦਾ ਗਿਆਨ ਆ ਜਾਵੇ ਤੇ ਸ਼ਬਦ ਦੇ ਵਿੱਚ ਅਸੀਂ ਅਭੇਦ ਹੋ ਜਾਈਏ। ਹਰ ਕੇ ਲੋਕ ਅਵਰ ਨਹੀਂ ਕਾਰਾ। ਹਰੀ ਪਰਮਾਤਮਾ ਦੇ ਜਿਹੜੇ ਲੋਕ ਹੁੰਦੇ ਨੇ
ਉਹਨਾਂ ਨੂੰ ਬਿਨਾਂ ਨਾਮ ਜਪਣ ਤੋਂ ਹੋਰ ਕੋਈ ਕੰਮ ਹੀ ਨਹੀਂ ਹੁੰਦਾ ਹੈ ਜੀ। ਸਾਚਾ ਠਾਕੁਰ ਸੱਚ ਪਿਆਰਾ, ਉਹਨਾਂ ਨੂੰ ਸੱਚਾ ਠਾਕਰ ਤੇ ਸੱਚ ਦੇ ਨਾਲ ਪਿਆਰ ਬਣਿਆ ਰਹਿੰਦਾ ਹੈ। ਤਨ ਮਹਿ ਮਨੁਆ ਮਨ ਮਹਿ ਸਾਚਾ, ਉਹਨਾਂ ਦੇ ਤਨ ਦੇ ਵਿੱਚ ਮਨ ਹੈ ਤੇ ਮਨ ਦੇ ਵਿੱਚ ਸੱਚਾ ਪਰਮਾਤਮਾ। ਹੁਣ ਸਾਡੇ ਤਨ ਦੇ ਵਿੱਚ ਮਨ ਨਹੀਂ, ਜਿਹੜਾ ਸਾਡਾ ਮਨ ਹੈ ਨਾ, ਹੁਣ ਤਨ ਸਾਡਾ ਇੱਥੇ ਤੇ ਮਨ ਘਰੇ ਜਾਈ ਜਾਂਦਾ ਹੈ ਵੀ ਕਦੋਂ ਬਾਬਾ ਜੀ ਛੇਤੀ ਕਰਨ, ਇੱਧਰੋਂ ਖਹਿੜਾ ਛੁੱਟੇ ਦੇਗ ਮਿਲੇ ਤੇ ਜਾ ਕੇ ਕਿਸੇ ਨੇ ਤਾਂ ਪਸ਼ੂ ਨੂੰ ਸੰਭਾਲਣਾ, ਕਿਸੇ ਨੇ ਕੋਈ ਦੁਕਾਨ ਖੋਲਣੀ, ਕਿਸੇ ਨੇ ਕੋਈ ਕੁਝ ਕਰਨਾ। ਇਸ ਤਰ੍ਹਾਂ ਤਨ ਦੇ ਵਿੱਚ ਮਨ ਨਹੀਂ। ਪਰ ਜਿਹੜਾ ਹਲਕਾ ਲੋਕ ਹੈ ਨਾ, ਉਹਦਾ ਤਨ ਜਿਹੜਾ ਉਹਦੇ ਚ ਮਨ ਰਹਿੰਦਾ। ਮਨ ਤਨ ਦੇ ਦੋਵੇਂ ਇਕੱਠੇ ਰਹਿੰਦੇ ਨੇ, ਛੱਡ ਕੇ ਨਹੀਂ ਭੱਜਦਾ ਤੇ ਮਨ ਦੇ ਵਿੱਚ ਪਰਮਾਤਮਾ ਵਸਿਆ ਰਹਿੰਦਾ ਹੈ ਜੀ। ਸੋ ਸਾਚਾ ਮਿਲ ਸਾਚੈ ਰਾਚਾ, ਉਹ ਸੱਚਾ ਹੋ ਗਿਆ ਤੇ ਸੱਚੇ ਦੇ ਵਿੱਚ ਰਚ ਮਿਚ ਗਿਆ ਹੈ ਜੀ। ਸੇਵਕ ਪ੍ਰਭ ਕੈ ਲਾਗੈ ਪਾਏ, ਜਿਹੜਾ ਸੇਵਕ ਹੈ ਆਪਣੇ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਰਹਿੰਦਾ ਹੈ। ਸਤਿਗੁਰ ਪੂਰਾ ਮਿਲੈ ਮਿਲਾਏ, ਪਰਿਪੂਰਨ ਸੱਚੇ ਸਤਿਗੁਰ ਆਪ ਮਿਲੇ ਹੋਏ ਨੇ ਤੇ ਗੁਰਸਿੱਖ ਨੂੰ ਵੀ ਮਿਲਾ ਦਿੰਦੇ ਹਨ। ਆਪ ਦਿਖਾਵੈ ਆਪੇ ਦੇਖੈ, ਉਹ ਪ੍ਰਭੂ ਪਰਮਾਤਮਾ ਆਪ ਹੀ ਆਪ ਦੇ ਦਰਸ਼ਨ ਕਰਵਾਉਂਦਾ ਹੈ ਤੇ ਆਪ ਹੀ ਇਸ ਦੇ ਯੋਗ ਬਣਾਉਂਦਾ ਹੈ ਜੀ। ਹੱਠ ਨਾ ਭਤੀਜੈ ਨਾ ਬਹੁ ਭੇਖੈ, ਕਿੰਨੇ ਮਰਜੀ ਭੇਖ ਧਾਰਨ ਕਰ ਲੋ, ਕਿੰਨਾ ਮਰਜੀ ਹੱਥ ਕਰ ਲੋ, ਉਹ ਕੁਛ ਨਹੀਂ ਹੁੰਦਾ। ਭਾਵੇਂ ਜੋਗੀਆਂ ਵਾਲਾ ਭੇਖ ਧਾਰਨ ਕਰ ਲੋ, ਭਾਵੇਂ ਸਾਧਾ ਵਾਲਾ ਭੇਖ ਧਾਰਨ ਕਰ ਲੋ, ਪ੍ਰਭੂ ਪਰਮਾਤਮਾ ਉਹ ਕਿਸੇ ਹੱਥ ਤੇ ਜਾਂ ਭਾਈ ਕਿਸੇ ਹੋਰ ਤਰੀਕੇ ਦੇ ਨਾਲ ਕੁਛ ਨਹੀਂ ਹੁੰਦਾ ਹੈ ਜੀ। ਘੜ ਭਾਟੇ ਜਨਮ ਅੰਮ੍ਰਿਤ ਪਾਇਆ, ਉਹ ਪਰਮਾਤਮਾ ਨੇ ਸਾਡੇ ਸਰੀਰਾਂ ਰੂਪੀ ਭਾਂਡੇ ਘੜ ਕੇ ਇਹਨਾਂ 'ਚ ਨਾਮ ਅੰਮ੍ਰਿਤ ਭਰਿਆ ਹੋਇਆ ਹੈ। ਪ੍ਰੇਮ ਭਗਤ ਪ੍ਰਭ ਮਨ ਪਤਿਆਇਆ, ਤੇ ਜਿਹੜਾ ਪ੍ਰੇਮਾ ਭਗਤੀ ਵਿੱਚ ਲੱਗ ਜਾਂਦਾ, ਪ੍ਰਭੂ ਪਰਮਾਤਮਾ ਮਨ ਦੇ ਵਿੱਚ ਪਤੀਤ ਜਾਂਦਾ ਹੈ। ਪੜ ਪੜ ਭੁੱਲੈ ਜੋੜਾ ਖਾਹੇ, ਜਿੰਨਾ ਅਸੀਂ ਜ਼ਿਆਦਾ ਪੜ੍ਹਦੇ ਆ ਓਨਾ ਜ਼ਿਆਦਾ ਭੁੱਲਦੇ ਆ ਤੇ ਉਨੀ ਅਸੀਂ ਠੋਕਰਾਂ ਕਰਦੇ ਆ, ਠੋਕਰਾਂ ਖਾਂਦੇ ਆ। ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ, ਜਿਹੜਾ ਪੜ੍ਹ ਕੇ ਜੋ ਪੜ੍ਹ ਲਿਆ ਉਸ ਨੂੰ ਧਾਰਨ ਨਹੀਂ ਕੀਤਾ, ਉਸ ਤਰ੍ਹਾਂ ਜੀਵਨ ਨਹੀਂ ਬਣਾਇਆ, ਭੁੱਲ ਗਏ ਆ ਤੇ ਉਨੀ ਹੀ ਮਾਰ ਪੈਂਦੀ ਹੈ ਜੀ। ਬਹੁਤ ਸਿਆਣਪ ਆਵਹਿ ਜਾਹੇ, ਤੇ ਜਿਹੜਾ ਜ਼ਿਆਦਾ ਸਿਆਣਾ ਬਣਦਾ ਵੀ ਮੇਰੇ ਵਰਗਾ ਸਿਆਣਾ ਹੀ ਕੋਈ ਨਹੀਂ, ਉਹਨੂੰ ਜੰਮਣ ਮਰਨਾ ਬਣਿਆ ਰਹਿੰਦਾ ਹੈ। ਨਾਮ ਜਪੈ ਭਉ ਭੋਜਨ ਖਾਏ, ਜਿਹੜਾ ਕੇਵਲ ਨਾਮ ਹੀ ਜਪਦਾ, ਸਿਮਰਨ ਹੀ ਕਰਦਾ ਤੇ ਪ੍ਰਭੂ ਪਰਮਾਤਮਾ ਦਾ ਪ੍ਰੇਮ ਦਾ ਭੋਜਨ ਛਕਦਾ ਹੈ। ਗੁਰਮੁਖ ਸੇਵਕ ਰਹੇ ਸਮਾਏ, ਤੇ ਜਿਹੜੇ ਗੁਰਮੁਖ ਨੇ ਉਹ ਸੇਵਕ ਬਣ ਕੇ ਅਭੇਦ ਰਹਿੰਦੇ ਹਨ। ਪੂਜ ਸਿਲਾ ਤੀਰਥ ਬਨਵਾਸਾ, ਹੁਣ ਦੱਸੋ ਪੱਥਰ ਨੂੰ ਪੂਜ ਕੇ ਉਹਦੇ ਚੋਂ ਕੀ ਕੱਢ ਲਵਾਂਗੇ? ਤੇ ਜਾਂ ਮਨ ਕਪਟੀ ਹੈ ਤੇ ਕਿਸੇ ਤੀਰਥ ਤੇ ਜਾ ਕੇ ਬਹਿ ਕੇ ਉਤੋਂ ਕੀ ਪ੍ਰਾਪਤ ਕਰ ਲਵਾਂਗੇ ਜੀ। ਭਰਮ ਦਰੋੜਤ ਭਏ ਉਦਾਸਾ, ਇਹ ਭਰਮ ਦਾ ਡਾਵਾਡੋਲ ਹੁੰਦਾ ਤੇ ਅਖੀਰ ਨੂੰ ਉਦਾਸ ਰਹਿ ਜਾਂਦਾ, ਭਾਵ ਪ੍ਰਾਪਤ ਕੁਝ ਨਹੀਂ ਹੁੰਦਾ। ਸਾਰੀ ਉਮਰ ਪੱਥਰ ਪੂਜਦਾ ਮਰ ਜਾਂਦਾ ਹੈ। ਮਨ ਮੈਲੇ ਸੋਚਾ ਕਿਉ ਹੋਏ, ਜੇ ਮਨ ਮੈਲਾ ਤੇ ਫਿਰ ਕੁਝ ਵੀ ਨਹੀਂ ਸੋਚਾ, ਜਿਹਨੂੰ ਹੱਥ ਲਾਏਗਾ ਉਹ ਵੀ ਝੂਠਾ ਹੀ ਹੋ ਜਾਵੇਗਾ। ਸੱਚ ਮਿਲੈ ਪਾਵੈ ਪਤ ਸੋਏ, ਜਿਹਨੂੰ ਸੱਚ ਮਿਲ ਜਾਵੇ ਉਹ ਇੱਜ਼ਤ ਪ੍ਰਾਪਤ ਕਰ ਲੈਂਦਾ ਹੈ। ਆਚਾਰ ਵਿਚਾਰ ਸਰੀਰ, ਇਹ ਸਰੀਰ ਹੈ ਨਾ ਜਿਹੜਾ, ਆਚਾਰ ਦਾ ਅਰਥ ਹੈ ਆਚਰਣ, ਕਰੈਕਟਰ ਅੰਗਰੇਜ਼ੀ 'ਚ ਕਹਿ ਦਿੰਦੇ ਆ ਅਸੀਂ, ਉੱਚਾ ਤੇ ਸੁੱਚਾ ਜੀਵਨ ਵੀ ਆਖਦੇ ਨੇ। ਆਚਾਰ ਵਿਚਾਰ ਸਰੀਰ, ਇਹ ਜਿਹੜਾ ਸਰੀਰ ਹੈ ਨਾ, ਜਿਹੜਾ ਆਚਰਣ ਹੈ ਉਹ ਸਾਡੀ ਆਪੋ ਆਪਣੀ ਵਿਚਾਰ ਦੇ ਨਾਲ ਹੈ। ਵੈਸੇ ਸਮਾਂ ਹੋ ਗਿਆ, 2 ਮਿੰਟ ਦੇ ਤੇ ਮੈਂ ਜ਼ਰੂਰ ਲਾਵਾਂਗਾ। ਆਚਾਰ ਦਾ ਅਰਥ ਹੈ ਆਚਰਣ, ਤੇ ਆਚਰਣ ਹੈ ਜਿਹੜਾ ਵਿਚਾਰ, ਇਹ ਵਿਚਾਰ ਦੇ ਨਾਲ ਸਾਡੇ ਸਰੀਰ ਦੀ ਵਿਚਾਰ ਦੇ ਨਾਲ ਨੇ, ਸਾਡੇ ਸਰੀਰ ਦੀ ਵਿਚਾਰ ਦੇ ਨਾਲ। ਸਰੀਰ ਦੀ ਵਿਚਾਰ ਦੇ ਨਾਲ ਕਿਵੇਂ? ਜਿਵੇਂ ਗੁਰਸਿੱਖ ਨੇ ਇਹ ਸਾਰੇ ਦੇ ਸਾਰੇ ਕੇਸਾਧਾਰੀ ਨੇ, ਇਹ ਸਰੀਰ ਦੀ ਵਿਚਾਰ ਹੈ। ਤੇ ਇਸੇ ਤਰ੍ਹਾਂ ਜਿਹੜੇ ਹਿੰਦੂ ਨੇ ਉਹਨਾਂ ਨੇ ਗੋਦੀਆਂ ਰੱਖੀਆਂ ਹੋਈਆਂ ਨੇ, ਜਿਹੜੇ ਮੁਸਲਮਾਨ ਨੇ ਉਹ ਭਈ ਸੁਨਤ ਆਦਿਕ ਕਰਕੇ ਰੱਖਦੇ ਨੇ। ਉਹਨਾਂ ਦੇ ਸਰੀਰ ਦੀ ਉਸ ਤਰ੍ਹਾਂ ਦੀ ਵਿਚਾਰ ਹੈ। ਹਰ ਇੱਕ ਧਰਮ ਦੀ ਆਪੋ ਆਪਣੀ ਵਿਚਾਰ ਹੈ ਤੇ ਇਹ ਹੈਗੀ ਸਰੀਰ ਦੇ ਨਾਲੇ, ਭਾਵ ਵਿਚਾਰ ਦੇ ਅਨੁਸਾਰ ਆਪਣੇ ਸਰੀਰ ਨੂੰ ਅਸੀਂ ਉਸ ਤਰ੍ਹਾਂ ਦਾ ਬਣਾ ਲੈਂਦੇ ਹਾਂ ਜੀ। ਆਦ ਜੁਗਾਦ ਸਹਿਜ ਮਨ ਧੀਰ, ਤੇ ਉਹ ਪਰਮਾਤਮਾ ਜਿਹੜਾ ਆਦ ਜੁਗਾਦ ਦੇ ਵਿੱਚ ਸਹਿਜ ਮਨ ਧੀਰ, ਉਹ ਗਿਆਨ ਮਨ ਦੇ ਵਿੱਚ ਗਿਆਨ ਆ ਜਾਵੇ ਤੇ ਧੀਰਜ ਪ੍ਰਾਪਤ ਹੋ ਜਾਵੇ ਤੇ ਫਿਰ ਉਹ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ ਜੀ। ਪਲ ਪੰਕਜ ਮਹਿ ਕੋਟ ਉਧਾਰੇ, ਉਹ ਥੋੜੇ ਸਮੇਂ ਦੇ ਵਿੱਚ ਬੜਿਆਂ ਨੂੰ ਪਾਰ ਕਰ ਦਿੰਦਾ ਹੈ। ਇਸ ਆਗਿਆ ਪ੍ਰਭ ਦਰਸਾਲਾਹੀ, ਇਹ ਵਾਹਿਗੁਰੂ ਜੀ ਕਹਿੰਦੇ ਅੱਗੇ ਤੇਰੀ ਵਡਿਆਈ ਕਰਨੀ ਕਰਾਂ, ਬਿਨ ਦੂਜਾ ਮੈਂ ਕੋ ਨਹੀਂ, ਤੇਰੇ ਤੋਂ ਬਿਨਾ ਮੇਰੇ ਕੋਲ ਕੋਈ ਦੂਸਰਾ ਹੈ ਹੀ ਨਹੀਂ ਹੈ ਜੀ। ਜੋ ਤੁਧ ਭਾਵੈ ਤਿਉ ਰਾਖ ਰਜਾਏ, ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਸਾਡੀ ਰੱਖਿਆ ਕਰ
ਤੇਰੀ ਰਜਾਈ ਮੇਰੇ ਮਾਲਕ ਸੱਚੇ ਸਤਿਗੁਰ ਜੀਓ। ਨਾਨਕ ਸਹਿਜ ਭਾਏ ਗੁਣ ਗਾਏ। ਧੰਨ ਗੁਰੂ ਜੀ ਰਹਿਮਤ ਕਰਦੇ ਨੇ ਸਹਿਜ ਭਾਏ ਸੁਤੇ ਸਿੱਧ ਸਹਿਜ ਗਿਆਨ ਦੇ ਨਾਲ ਹੌਲੀ ਹੌਲੀ ਸਹਿਜ ਪੱਕੇ ਸੋ ਮੀਠਾ ਸਹਿਜ ਮਤੇ ਦੇ ਨਾਲ ਤੇਰੇ ਗੁਣ ਨੇ ਜਿਹੜੇ ਉਹ ਅਸੀਂ ਗਾਉਂਦੇ ਰਹੀਏ। ਇਸ ਤਰ੍ਹਾਂ ਤੂੰ ਸਾਡੇ ਤੇ ਕਿਰਪਾ ਬਣਾ ਕੇ ਰੱਖ, ਰਹਿਮਤ ਬਣਾ ਕੇ ਰੱਖ। ਇਤਨੀ ਕੁ ਸੇਵਾ ਸੰਗਤ ਨੇ ਪ੍ਰਵਾਨ ਕਰਨੀ। ਦਿਓ ਸੱਜਣ ਆਸੀਸੜੀਆ ਜੋ ਹੋਵੇ ਸਾਹਿਬ ਸਿਓ ਮੇਲ। ਇਸ ਆਗਿਆ